खन जा रहे हैं। हम इस दिनों में हम सुन रहे थे आत्मीय युद्ध भूमि के बारे में ਤੇ ਇਹਨਾਂ ਦਿਨਾਂ 'ਚ ਆਪਾਂ ਆਤਮਿਕ ਮਲ ਯੁੱਧ ਜਾਂ ਆਤਮਿਕ ਲੜਾਈ ਦੇ ਖੇਤਰ ਬਾਰੇ ਸੁਣ ਰਹੇ ਸੀ। हम अलग अलग दुश्मन कौन है इसके बारे में हम सोच रहे ਅਤੇ थे ਸਾਡੇ ਵੈਰੀ ਵੱਖਰੇ ਵੱਖਰੇ ਤਰੀਕੇ ਦੇ ਕਿਹੜੇ ਨੇ ਉਹ ਸਾਰਿਆਂ ਬਾਰੇ ਆਪਾਂ ਸੁਣ ਰਹੇ ਸੋਚ ਰਹੇ और ਸੀ। मैं कौन है मैं उसके बारे में सोच ਤੇ रहे ਹੁਣ थे। ਮੈਂ ਕੌਣ ਹੈ ਮੈਂ ਉਹਦੇ ਬਾਰੇ ਵੀ ਸੋਚ ਰਹੇ ਸੀ। मेरे 3 दुश्मन है कौन कौन है। ਮੇਰੇ 3 ਵੈਰੀ ਨੇ ਉਹ ਕੌਣ ਕੌਣ ਹੈ। मैं प्रभु को बहुत धन्यवाद कर रही हूँ। कुछ लोगों ने मुझे मैसेज करके बोला सिस्टर ये अभी जो कर रहे एक बार और करना हमारा बहुत सारे सवालों के उत्तर मिल रहे हैं। ਅਤੇ ਮੈਂ ਧੰਨਵਾਦ ਕਰਦੀ ਹਾਂ ਪ੍ਰਭੂ ਦਾ ਕਿ ਬਹੁਤ ਸਾਰੇ ਲੋਕਾਂ ਨੇ ਮੈਸੇਜ ਕਰਕੇ ਇਦਾਂ ਕਿਹਾ ਕਿ ਜਿਹੜੇ ਤੁਸੀਂ ਸਿੱਖਿਆ ਦੇ ਰਹੇ ਹੋ ਜਰੂਰ ਸਾਨੂੰ ਇੱਕ ਵਾਰ ਫੇਰ ਤੋਂ ਦਿਓ ਕਿਉਂਕਿ ਉਹ ਸਾਡੇ ਲਈ ਬੜੀ ਮਦਦਗਾਰ ਹੈ। परमेश्वर के नाम की स्तुति ਪ੍ਰਭੂ को ਦੇ ਨਾਮ ਦੀ ਵਡਿਆਈ ਹੋਵੇ। मैं भी उत्साहित हो गया। ਮੈਂ ਵੀ ਬੜੀ ਉਤਸ਼ਾਹ ਨਾਲ थैंक ਭਰਤੀ यू आप लोगों को। ਧੰਨਵਾਦ ਕਰਦੇ ਤੁਹਾਡਾ। परमेश्वर के नाम की स्तुति को। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। 3 दुश्मन कौन कौन है। 3 ਵੈਰੀ ਕੌਣ ਕੌਣ ਨੇ। हाँ न वो तो हमारे अंदर है ना। कॉमनली 3 दुश्मन एक तो हमारा शरीर शरीर शैतान दुनिया। ਤੇ 3 ਵੈਰੀ ਸਾਡੇ ਉਹਨੇ ਸਰੀਰ ਸ਼ੈਤਾਨ ਤੇ ਸੰਸਾਰ। इस संसार से मुझे लड़ाई है। ਇਹ ਦੁਨੀਆਦਾਰੀ ਨਾਲ ਮੇਰਾ ਯੁੱਧ ਹੈ। शैतान से लड़ाई था ਸ਼ੈਤਾਨ ਨਾਲ ਲੜਾਈ ਸੀ और मेरी शरीर के साथ ਤੇ है। ਹੁਣ ਮੇਰੀ ਦੇਹ ਨਾਲ ਹੈ। समझ आ गया। ਸਮਝ ਆਇਆ। इस शरीर के साथ मेरी लड़ाई है। ਇਸ ਦੇਹ ਨਾਲ ਮੇਰੀ ਲੜਾਈ ਚੱਲ ਰਹੀ जिस ਹੈ। संसार में मैं रहते उस संसार के साथ मेरी लड़ाई है। ਜਿਹੜੀ ਦੁਨੀਆਦਾਰੀ ਦੇ ਵਿੱਚ ਮੈਂ ਵਸਦਾ ਉਸ ਦੇ ਨਾਲ ਮੇਰੀ ਲੜਾਈ ਹੈ। जो मेरे खिलाफ हमेशा योजना बनाते उस शैतान के साथ मेरा लड़ाई था। ਅਤੇ ਜਿਹੜੇ ਵੈਰੀ ਮੇਰੇ ਵਿਰੋਧ ਦੇ ਵਿੱਚ ਹਮੇਸ਼ਾ ਯੁਕਤੀਆਂ ਬਣਾਉਂਦਾ ਰਹਿੰਦਾ ਹੈ ਉਹ ਸ਼ੈਤਾਨ ਨਾਲ ਮੇਰੀ ਲੜਾਈ ਪਹਿਲਾਂ ਸੀ। क्यों मेरी लड़ाई है। ਕਿਉਂ ਮੇਰਾ ਹੁਣ ਯੁੱਧ उसकी ਹੈ। आंसर है मैं एक इंसान हूँ। ਕਿਉਂਕਿ ਉਹਦਾ ਭਾਵ ਉਹਦਾ ਉੱਤਰ ਇੱਕੋ ਹੀ ਹੈ ਕਿ ਮੈਂ ਇੱਕ ਮਨੁੱਖ ਹਾਂ। मैं एक आत्मीय प्राणी हूँ ਮੈਂ ਇੱਕ ਰੂਹਾਨੀ ਪ੍ਰਾਣੀ ਹਾਂ। और मेरी अंदर आत्मा है। ਮੇਰੇ ਅੰਦਰ ਰੂਹ ਵਸਦੀ ਹੈ। मेरी आत्मा ਮੇਰਾ ਆਤਮਾ और प्राण है ਜਾਨ ਹੈ और एक शरीर भी ਇੱਕ है। ਦੇਹ ਵੀ ਹੈ। ये शरीर ये कवरिंग ਅਤੇ ਇਹ ਦੇਹ ਹੈ ਜਿਹੜੀ ਇਸ ਨੇ ਨੂੰ ਟਕਿਆ ਹੋਇਆ ਹੈ। और इसके अंदर एक आत्मा रहते ਇਹਦੇ ਅੰਦਰ हैं ਇੱਕ ਰੂਹ ਵਸਦੀ ਹੈ। और इसको चलाने वाले एक प्राण भी है ਇਹਦੇ ਨੂੰ ਚਲਾਉਣ ਵਾਲਾ ਇੱਕ ਜਾਨ ਵੀ ਹੈ। और इस प्राण को 3 बातें है। ਅਤੇ ਉਹ ਜਿਹੜਾ ਜਾਨ ਹੈ ਸਾਡੀ ਜਾਨ 'ਚ ਹੀ 3 ਗੱਲਾਂ 3 ਨੇ। चीजों से जुड़ा हुआ है मेरी प्राण। ਤੇ ਮੇਰੀ ਜਾਨ 3 ਚੀਜ਼ਾਂ ਦੇ ਨਾਲ 3 ਹਿੱਸਿਆਂ 'ਚ ਵੰਡੀ ਜਾਂਦੀ ਹੈ। 3 ਚੀਜ਼ਾਂ ਦੇ ਨਾਲ ਜੁੜੀਆਂ वो ਹੋਈਆਂ क्या ਨੇ। क्या है। ਉਹ ਤਿੰਨੇ ਕੀ ਨੇ। मन ਪਹਿਲਾ ਮੇਰਾ ਮਨ हाँ इच्छा और ਇੱਛਾਵਾਂ भावना। ਭਾਵਨਾਵਾਂ। मन ਮੇਰਾ ਮਨ इच्छा ਇੱਛਾਵਾਂ और भावना ਤੇ ਭਾਵਨਾਵਾਂ इससे बनाए हुए मेरे प्राण। ਇਹ 3 ਚੀਜ਼ਾਂ ਨੂੰ ਮਿਲਾ ਕੇ ਬਣਦਾ ਹੈ ਮੇਰਾ ਮਨ ਜੋ ਮੇਰਾ ਜਾਨ। परमेश्वर के नाम की स्तुति को। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। इतनी कितने लोगों को समझ आ गई। ਇੱਥੋਂ ਤੱਕ ਕਿੰਨੇ ਜਣਾਂ ਨੂੰ ਪੱਲੇ ਪਿਆ। कितने लोगों को समझ आ गई। ਕਿੰਨੇ ਜਣਾਂ ਦੇ ਪੱਲੇ ਪੈ ਗਿਆ। मैं समझ आए लोगों के लिए मैं प्रभु को धन्यवाद कर ਜਿਨ੍ਹਾਂ रही ਦੇ हूँ। ਪੱਲੇ ਪਿਆ ਉਹਨਾਂ ਲਈ ਧੰਨਵਾਦ ਕਰਦੇ ਹਾਂ। आज हम लड़ाई के मैदान पर ये एक क्वेश्चन रखने चाहते हैं मसीहों के ऊपर शैतान अटैक कर सकते क्या। शैतान आपके ऊपर खेल सकते हो। ਅਤੇ ਅੱਜ ਅਸੀਂ ਲੜਾਈ ਦੇ ਮੈਦਾਨ ਦੇ ਵਿੱਚ ਇੱਕ ਸਵਾਲ ਖੜਾ ਕਰਨ ਜਾ ਰਹੇ ਹਾਂ ਕਿ ਮਸੀਹ ਲੋਕਾਂ ਦੇ ਉੱਤੇ ਸ਼ੈਤਾਨ ਹਮਲਾ ਕਰ ਸਕਦਾ ਹੈ ਕਿ ਨਹੀਂ। बहुत सारे जगह में बहुत सारे प्रचार में हमारे एक नाम शैतान शैतान शैतान। ਤੇ ਬਹੁਤ ਸਾਰੀ ਜਗ੍ਹਾ ਦੇ ਵਿੱਚ ਬਹੁਤ ਸਾਰੀ ਥਾਵਾਂ ਦੇ ਵਿੱਚ ਆਪਾਂ ਇੱਕ ਨਾਮ ਬਹੁਤ ਜ਼ਿਆਦਾ ਸੁਣਦੇ ਹਾਂ ਜਿਹਦੇ ਬਾਰੇ ਲਿਖਿਆ ਹੋ ਜਾਂਦਾ ਕਿ ਸ਼ੈਤਾਨ ਸ਼ੈਤਾਨ ਤੇ ਸ਼ੈਤਾਨ। कितने साल भी हम अपने आप को हमारे ऊपर के शैतान को निकालने का काम कर रहे हैं। ਅਤੇ ਕਿੰਨੇ ਵਰੇ ਬੀਤ ਗਏ ਆਪਾਂ ਆਪਣੇ ਅੰਦਰ ਦਾ ਆਪਣੇ ਉੱਪਰ ਦਾ ਕੰਮ ਕਰਨ ਵਾਲੇ ਸ਼ੈਤਾਨ ਨੂੰ ਕੱਢਣ ਦੀ ਕੋਸ਼ਿਸ਼ ਦੇ ਵਿੱਚ। हर एक उपवास प्रार्थना में शैतान को निकालना ਤੇ है। ਹਰ ਵਾਰ ਤਾਂ ਪ੍ਰਾਰਥਨਾ ਦੇ ਵਿੱਚ ਉਸ ਸ਼ੈਤਾਨ ਨੂੰ ਭਜਾਉਣਾ ਹੈ। हर एक बीमारी को हर एक प्रॉब्लम को हमने नाम शैतान रखा है। ਅਤੇ हर एक ਰੋਗ ਦਾ ਹਰ ਇੱਕ ਮੁਸ਼ਕਿਲਾਂ ਦਾ ਤਕਲੀਫਾਂ ਦਾ ਆਪਾਂ ਨਾਮ ਹੀ ਸ਼ੈਤਾਨ ਰੱਖ ਛੱਡਿਆ ਹੈ। आप लोग ये सोचना आप मसीह हो आपके ऊपर शैतान है ही नहीं। ਅਤੇ ਤੁਸੀਂ ਮਸੀਹ ਹੋ ਤੁਸੀਂ ਇਸ ਗੱਲ ਨੂੰ ਸੋਚਣਾ ਕਿ ਹੁਣ ਤੁਹਾਡੇ ਤੇ ਸ਼ੈਤਾਨ ਹੈ ਹੀ ਨਹੀਂ। शैतान है ही नहीं। ਸ਼ੈਤਾਨ ਨਹੀਂ ਹੈ। विश्वास करते हो ਕੀ ਭਰੋਸਾ ਰੱਖਦੇ ਹੋ। फिर क्यों आप लोग रोते हो। ਫਿਰ ਤੁਸੀਂ ਕਿਉਂ ਰੋਂਦੇ ਹੋ। फिर क्यों हिलते हो। ਫਿਰ ਕਿਉਂ ਡਗਮਗਾਉਂਦੇ फिर ਹੋ। क्यों डांटते हो। फिर क्यों तुसी झिड़कते शैतान हो? आपके ऊपर है ही नहीं। शैतान ਤੁਹਾਡੇ 'ਚ ਹੈ ਹੀ ਨਹੀਂ। कोई मसीह को शैतान अटैक नहीं कर सकते हैं। ਕਿਸੇ ਵੀ ਮਸੀਹ ਬੰਦੇ ਤੇ ਸ਼ੈਤਾਨ ਕਦੇ ਹਮਲਾ ਨਹੀਂ ਕਰ ਸਕਦਾ।
शैतान कहाँ हमला करते हैं उसके बारे में भी हम ਤੇ सोचेंगे, ਸ਼ੈਤਾਨ ਸਾਡੇ ਤੇ ਕਿੱਥੇ ਹੱਲਾ ਬੋਲਦਾ ਉੱਥੇ ਵੀ ਆਪਾਂ ਸੋਚਾਂਗੇ। पढ़ेंगे। दूसरे कुरिन्थी 5:17 हम पढ़ेंगे। ਦੂਜਾ ਕਰੰਥਿਓ 5 ਅਧਿਆਇ ਉਹਦਾ 17ਵਾਂ ਵਚਨ ਆਪਾਂ ਪੜਾਂਗੇ। इसलिए यदि कोई मसीह में है वह नई सृष्टि है, नई सृष्टि है। पुरानी बातें बीत गई, पुराना सब बीत गई, देखो सब नई हो गई। सब नया हो गई। एक बार और पढ़े। इसलिए जो यदि कोई मसीह में है वह वो नई नई सृष्टि है। सृष्टि, क्रिएशन। ਅਤੇ ਉਹ ਜਿਹੜਾ ਕੋਈ ਵੀ ਮਸੀਹ ਯੀਸ਼ੂ ਦੇ ਵਿੱਚ ਆ ਉਹ ਇੱਕ ਨਵੀਂ ਰਚਨਾ ਹੈ। कहाँ न्यू क्रिएशन हो गई? ਅਤੇ ਕਿੱਥੇ ਇਹ ਨਵੀਂ ਰਚਨਾ ਹੋਈ ਹੈ? आपकी आत्माओं में। ਤੁਹਾਡੀ रूह ਦੇ ਵਿੱਚ। आपकी आत्मा नई तरीके से परमेश्वर ने सृष्टि कर चुका है। ਅਤੇ ਤੁਹਾਡੀ रूह ਨੂੰ ਪਰਮੇਸ਼ਰ ਨਵੇਂ ਤਰੀਕੇ ਦੇ ਨਾਲ ਬਣਾ ਚੁੱਕਿਆ ਹੈ। उस पर शैतान किसी रूप से हमला नहीं कर सकते ਤੇ हैं। ਉਹਦੇ ਤੇ ਸ਼ੈਤਾਨ ਕਿਸੇ ਵੀ ਤਰੀਕੇ ਨਾਲ ਤੁਹਾਡੇ ਤੇ ਹਮਲਾ ਨਹੀਂ ਕਰ ਸਕਦਾ। आप मसीह में है, नई सृष्टि है, ਤੁਸੀਂ ਮਸੀਹ ਚੋਂ, ਤੁਸੀਂ ਨਵੀਂ ਰਚਨਾ ਹੋ। ये सच्चाई है। ਇਹ ਇੱਕ ਸੱਚ ਹੈ। शैतान झूठ बोलते हैं, ਸ਼ੈਤਾਨ ਗੱਪ ਮਾਰਦਾ ਹੈ, वो झूठ का बाप है। ਉਹ ਗੱਪੀਆਂ ਦਾ ਪਿਓ ਹੈ। वो आपसे कहेंगे ਉਹ ਤੁਹਾਨੂੰ ਆਖੇਗਾ कितनी बार प्रार्थना की है, शैतान नहीं जाते हैं। ਕਿੰਨੀ ਦੁਆ ਕੀਤੀ ਸ਼ੈਤਾਨ ਤਾਂ ਵੀ ਨਹੀਂ ਜਾਂਦਾ। कितनी उपवास रखा, कितनी डांटा, शैतान नहीं जाते ਕਿੰਨੇ हैं। ਜੋ ਕਿੰਨੇ ਵਰਤ ਰੱਖ ਕੇ ਦੇਖ ਲਿਆ, ਕਿੰਨਾ ਝਿੜਕ ਕੇ ਦੇਖ ਲਿਆ, ਸ਼ੈਤਾਨ नहीं ਜਾਂਦਾ। शैतान कोने में बैठ कर बोल रही है, ਸ਼ੈਤਾਨ ਕੋਨੇ 'ਚ ਬੈਠਾ ਬੋਲਦਾ ਹੈ तो मैं तो है ही नहीं, तू क्यों इतनी परेशान कर रही हो ਅਤੇ ਉਹ मुझे? ਖੂੰਜੇ 'ਚ ਬੈਠ ਕੇ ਕਹਿੰਦਾ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ, ਤੂੰ ਮੈਨੂੰ ਕਾਹ ਤੋਂ ਦੁਖੀ ਕਰੀ ਜਾਂਦਾ। कलीसिया से ये टीचिंग हटाना है। ਤੇ ਸੰਗਤ ਦੇ ਵਿੱਚੋਂ ਇਹ ਸਿੱਖਿਆ ਹੀ ਹਟਾ ਦੇਣੀ ਹੈ। शैतान आपके ऊपर किसी रूप से कार्य नहीं कर सकते हैं। ਸ਼ੈਤਾਨ ਤੁਹਾਡੇ ਉੱਤੇ ਕਿਸੇ ਵੀ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ। आप सही तरीके से उद्धार पाए हुए व्यक्ति हो। ਜੇ ਤੁਸੀਂ ਸਹੀ ਤਰੀਕੇ ਨਾਲ ਮੁਕਤੀ ਪਾਏ ਹੋਏ ਹੋ ਤਾਂ उद्धार क्या है? ਮੁਕਤੀ ਕੀ ਹੈ? आप यीशु पर विश्वास किया। ਤੁਸੀਂ ਯੀਸ਼ੂ ਤੇ ਭਰੋਸਾ ਰੱਖਿਆ। मैं पापी था, मैं पापी सी, मेरी पापों के लिए मेरे पापां करके प्रभु यीशु मसीह प्रभु यीशु मसीह कालवरी सलीब पर सलीब दे उत्ते मर चुका है। मर चुका है। जो पापों को सजा मुझे मिलना था, उस सजा के जगह में यीशु खड़ा होके मेरे हर सजा उनके ऊपर देके वो मेरे लिए लहू बहाया। लहू बहाने से हर पापों को मुक्ति होता है, वचन में लिखा है। ਅਤੇ ਜਿਹੜੇ ਵੀ ਮੇਰੇ ਉੱਤੇ ਆਉਣ ਵਾਲੀ ਗੱਲਾਂ ਸੀਗੀਆਂ, ਜਿਹੜੇ ਮੇਰੇ ਸਹਿਣ ਵਾਲਾ ਦੁੱਖ ਸੀ, ਉਸ ਦੀ ਥਾਂ ਤੇ ਯੀਸ਼ੂ ਨੇ ਮੇਰੀ ਖਾਤਰ ਦੁੱਖ ਸਹਿ, ਮੇਰੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਆਪਣੇ ਲਹੂ ਨੂੰ ਬਹਾ ਦਿੱਤਾ ਤੇ ਉਹਦੇ ਲਹੂ ਬਹਾਉਣ ਦੇ ਨਾਲ ਅਸੀਂ ਸਾਫ਼ ਅਤੇ ਪਵਿੱਤਰ ਬਣ ਗਏ। ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਲਹੂ ਦੇ ਦੁਆਰਾ ਅਸੀਂ ਸਾਫ਼ ਤੇ ਪਵਿੱਤਰ ਬਣਦੇ वचन ਹਾਂ। लिखा है हम पापी था, ਬਾਣੀ 'ਚ ਲਿਖਿਆ ਸੀ ਪਾਪੀ ਸੀ। वो व्यवस्था पूरा कर दिया यीशु, पापों के लिए यीशु लहू बहाया। ਅਤੇ ਉਹਨੇ ਸਾਰੇ ਨਿਯਮਾਂ ਨੂੰ, ਸਾਰੀ ਵਿਵਸਥਾ ਨੂੰ ਪੂਰਾ ਕਰ ਦਿੱਤਾ ਤੇ ਹੁਣ ਜਿਹੜੇ ਪਾਪੀ ਸੀ ਉਹਨਾਂ ਦੇ ਪਾਪ ਮਾਫ ਕਰਨ ਵਾਸਤੇ ਆਪਣੇ ਲਹੂ ਬਹਾ ਦਿੱਤਾ। मैं विश्वास से उस कुर्बानी को मेरे अंदर स्वीकार किया ਅਤੇ ਮੈਂ ਵਿਸ਼ਵਾਸ ਕੀਤਾ ਤੇ ਉਸ ਬਲੀਦਾਨ ਨੂੰ ਆਪਦੇ ਅੰਦਰ ਸਵੀਕਾਰ और मेरे ਕੀਤਾ पुराने इंसान को मैं भी यीशु के साथ सूली पर चढ़ा ਤੇ दिया ਮੈਂ ਆਪਣੇ ਪੁਰਾਣੇ ਮਨੁੱਖ ਨੂੰ ਮੈਂ ਵੀ ਯੀਸ਼ੂ ਦੇ ਨਾਲ ਸਲੀਬ ਤੇ ਦੇ ਦਿੱਤਾ। और वो दफनाया गया है। ਹੁਣ ਉਹ ਦੱਬਿਆ ਗਿਆ ਏ, वो दफनाया गया ਉਹ है। ਦੱਬਿਆ ਗਿਆ ਏ मैं आज यीशु मसीह में नहीं चल रहे ਤੇ हैं। ਮੈਂ ਹੁਣ ਯੀਸ਼ੂ ਮਸੀਹ ਦੇ ਵਿੱਚ ਨਵਾਂ ਹੋ ਕੇ ਚੱਲਦਾ ਹਾਂ। मेरे ऊपर शैतान कुछ भी नहीं कर सकते हैं। ਮੇਰੇ ਤੇ ਸ਼ੈਤਾਨ ਕੁਝ ਵੀ ਨਹੀਂ ਕਰ ਸਕਦਾ ये ਏ। विश्वास करना, ਇਹ ਤੁਸੀਂ ਭਰੋਸਾ आप ਰੱਖਣਾ, स्वीकार करना, ਤੁਸੀਂ ਸਵੀਕਾਰ ਕਰਨਾ, आप उस पर चलना है। ਤੁਸੀਂ ਉਹਦੇ ਤੇ ਚੱਲਣਾ। समझ आ गया ना? ਸਮਝ ਆਇਆ ਨਾ? आपके ऊपर शैतान नहीं है, ਤੁਹਾਡੇ ਤੇ ਸ਼ੈਤਾਨ ਨਹੀਂ ਹੈ, किसी के ऊपर शैतान नहीं है, ਕਿਸੇ ਤੇ ਵੀ ਸ਼ੈਤਾਨ ਨਹੀਂ लाली ਹੈ। के ऊपर शैतान नहीं है। लाली विश्वास पे- करना है, ਲਾਲੀ ਤੇ ਸ਼ੈਤਾਨ ਨਹੀਂ ਹੈ, ਉਹਨਾਂ ਨੇ ਵਿਸ਼ਵਾਸ ਕਰਨਾ ਹੈ, स्वीकार करना है। ਸਵੀਕਾਰ ਕਰਨਾ ਹੈ। स्वीकार करने के लिए तैयार हो लाली? ਸਵੀਕਾਰ ਕਰਨ ਵਾਸਤੇ ਤਿਆਰ ਹੋ ਤੁਸੀਂ? आमेन। परमेश्वर के नाम की स्तुति को। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। आप मसीह में एक नई क्रिएशन है। ਤੁਸੀਂ ਮਸੀਹ ਦੇ ਵਿੱਚ ਇੱਕ ਨਵੀਂ ਰਚਨਾ ਹੋ। आपके ऊपर शैतान कार्य नहीं कर सकते ਤੁਹਾਡੇ हैं। ਉੱਤੇ ਸ਼ੈਤਾਨ ਕੰਮ ਨਹੀਂ ਕਰ ਸਕਦਾ ਹੈ। वचन में लिखा है, पढ़ेंगे। ਬਾਣੀ 'ਚ ਲਿਖਿਆ, ਪੜਾਂਗੇ। यूहन्ना 14:23 पढ़े। यूहन्ना दी अंजील ਉਹਦਾ 14 अध्याय ਉਹਦਾ 23वां वचन पढ़ांगे। यीशु ने उसको उत्तर दिया, यदि कोई मुझसे प्रेम रखेगा तो वह मेरे वचन को मानेगा और मेरा पिता उससे प्रेम रखेगा और हम उसके पास आएंगे और उसके साथ वास करेंगे। आमेन। जो
वचन स्वीकार किया, यीशु को स्वीकार किया, उसके पास कौन आएंगे? हम आएंगे। ਅਤੇ ਜਿਹਨੇ ਵਚਨ ਨੂੰ ਮੰਨ ਲਿਆ, ਯੀਸ਼ੂ ਨੂੰ ਮੰਨ ਲਿਆ, ਉਹਦੇ ਕੋਲੇ ਕੌਣ ਆਊਗਾ? ਲਿਖਿਆ ਅਸੀਂ ਉਹਦੇ ਕੋਲੇ ਆਵਾਂਗੇ, हम आएंगे ਅਸੀਂ ਆਵਾਂਗੇ और हम उसके साथ वास करेंगे। ਤੇ ਲਿਖਿਆ ਕਿ ਅਸੀਂ ਉਹਦੇ ਨਾਲ ਵਸਾਂਗੇ। मतलब आपके आत्माओं में ਮਤਲਬ ਤੁਹਾਡੀ ਰੂਹ ਦੇ ਵਿੱਚ परमेश्वरों पिता पुत्र पवित्र आत्मा भी वास करने चाहते ਤੇ हैं। ਤੁਹਾਡੀ ਰੂਹ ਦੇ ਵਿੱਚ ਬਾਪ ਬੇਟਾ ਪਾਖਰੂ ਤਿੰਨੋਂ ਇੱਕ ਹੈ, ਜਿਹੜੇ ਉਹ ਤੁਹਾਡੇ ਅੰਦਰ ਵਸਣਾ ਚਾਹੁੰਦੇ आपके ਨੇ। आत्माओं में वास कर रहे हैं, ਤੁਹਾਡੀ ਰੂਹ ਦੇ ਵਿੱਚ ਵਸ ਰਹੇ ਨੇ। हम वास करेंगे। ਅਸੀਂ ਵਸਾਂਗੇ, मतलब आप पवित्र आत्मा के घर है। ਮਤਲਬ ਤੁਸੀਂ ਪਾਖਰੂ ਦੇ ਰਹਿਣ ਦੀ ਜਗ੍ਹਾ ਹੋ। आपके अंदर परमेश्वर वास करते हैं ਤੁਹਾਡੇ ਅੰਦਰ ਪਰਮੇਸ਼ਰ ਵਾਸ ਕਰਦਾ ਹੈ। और आके जाना नहीं, वास करना किसको बोलते हैं? जो अपना घर खरीद के उधर रहते हैं, उसको बोलते हैं मैं उधर वास करते हैं, मेरे घर उधर है। उसका बोलने का मतलब यही है, तो वो मेरा पक्का घर है। ਅਤੇ ਆ ਕੇ ਚਲੇ ਜਾਣਾ ਨਹੀਂ, ਪਰ ਉਹਦਾ ਮਤਲਬ ਵਸਣ ਦਾ ਮਤਲਬ ਹੁੰਦਾ ਕਿ ਅਸੀਂ ਕੋਈ ਘਰ ਖਰੀਦ ਲਿਆ, ਅਸੀਂ ਉਸ ਥਾਂ ਦੇ ਵਿੱਚ ਰਹਿਣ ਲੱਗੇ, ਹੁਣ ਉਹ ਸਾਡਾ ਪੱਕਾ ਬਸੇਰਾ ਹੋ ਚੁੱਕਿਆ ਅਤੇ ਅਸੀਂ ਇਹੀ ਕਹਾਂਗੇ ਕਿ ਹਾਂ ਹੁਣ ਮੈਂ ਉੱਥੇ ਵਸਦਾ ਹਾਂ ਤੇ ਮੇਰਾ ਉੱਥੇ ਰਹਿਣ ਟਿਕਾਣਾ ਹੈ। दोबारा वही वचन फिर पढ़े। फिर उसे वचन ਨੂੰ ਦੁਬਾਰੇ पढ़ेंगे। यीशु ने उसको उत्तर दिया, यदि कोई मुझसे प्रेम रखेगा हाँ। तो वह मेरे वचन को मानेगा। सबसे पहले परमेश्वर को प्रेम करते हैं, उसकी निशानी है उसके वचन को ਮੰਨਤੇ ਹੈ। ਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੇ ਕੋਈ ਪਰਮੇਸ਼ਰ ਨੂੰ ਪਿਆਰ ਕਰਦਾ ਏ ਤਾਂ ਉਹਦਾ ਚਿੰਨ੍ਹ, ਉਹਦਾ ਨਿਸ਼ਾਨ ਇਹੀ ਹੈ ਕਿ ਉਹ ਉਹਦੇ ਹੁਕਮਾਂ ਨੂੰ ਮੰਨੇਗਾ। और उनको प्रेम करते, वचन के अनुसार चलते हैं और उनके पास पढ़ेंगे। ਅਤੇ ਜਿਹੜਾ ਵੀ ਕੋਈ ਯੀਸ਼ੂ ਮਸੀਹ ਨੂੰ ਪਿਆਰ ਕਰਦਾ ਉਹਦੇ ਵਚਨਾਂ ਮੁਤਾਬਿਕ ਚੱਲਦਾਗਾ ਤਾਂ ਲਿਖਿਆ ਹੋਇਆ ਹੈ ਕਿ ਜੋ ਮੁझसे कोई मुझसे प्रेम रखेगा तो वह मेरे वचन को मानेगा। कोई वचन बीच में उठा के पढ़ना, माइक ले ले, वचन पढ़ते रहे। परमेश्वर के नाम की स्तुति हो, प्रभु ਦੇ ਨਾਮ ਦੀ ਵਡਿਆਈ ਹੋਵੇ। हम उसके पास आके ਤੇ रहेंगे, ਲਿਖਿਆ ਅਸੀਂ ਉਹਦੇ ਕੋਲ ਆਵਾਂਗੇ ਤੇ ਵਸਾਂਗੇ। क्योंकि परमेश्वर आपके पास हमेशा के लिए रहने के लिए आया। ਕਿਉਂਕਿ ਰੱਬ ਤੁਹਾਡੇ ਕੋਲੇ ਹਮੇਸ਼ਾ ਵਾਸਤੇ ਵਸਣ ਵਾਸਤੇ ਆਇਆ पक्का घर बन चुका है, ਅਤੇ ਤੁਹਾਡਾ ਪੱਕਾ ਰਹਿਣ ਬਸੇਰਾ ਬਣਾਇਆ ਹੈ। आप पक्का घर बन चुका है। ਤੁਸੀਂ ਉਹਦੇ ਪੱਕੇ ਰਹਿਣ ਦੀ ਥਾਂ ਬਣ ਚੁੱਕੇ ਹੋ। परमेश्वर के नाम की स्तुति हो। ਪ੍ਰਭੂ ਦੇ ਨਾਮ ਦੀ ਵਡਿਆਈ और ਹੋਵੇ। एक और वचन पढ़ेंगे, ਇੱਕ ਹੋਰ ਬਾਣੀ ਨੂੰ ਪੜਾਂਗੇ। पगले कुरिन्दी 6 का 17 पढ़े। ਪਹਿਲਾ ਕਰੰਥੀਓ ਉਹਦਾ 6 ਅਧਿਆਏ ਉਹਦਾ 17ਵਾਂ ਵਚਨ ਨੂੰ ਆਪਾਂ ਪੜਾਂਗੇ। जो प्रभु की संगति में रहता है वह उसके साथ एक आत्मा हो जाता है। आमेन। बहुत सुंदर वचन, बहुत ही सोना वचन एक है। बार और पढ़ेंगे। जो प्रभु की संगति में रहता है प्रभु को संगति में रहते हैं, वह उसके साथ एक आत्मा हो जाता प्रभु है। के कम्युनियन में रहते हैं, प्रभु के फेलोशिप में रहते हैं, वो प्रभु के साथ एक ही हो जाते हैं। ਤੇ ਜਿਹੜਾ ਪਰਮੇਸ਼ਰ ਦੇ ਨਾਲ ਵਸਦਾ ਏ, ਪਰਮੇਸ਼ਰ ਦੀ ਸੰਗਤੀ ਦੇ ਵਿੱਚ ਰਹਿੰਦਾ, ਪਰਮੇਸ਼ਰ ਦੇ ਏਕੇ ਦੇ ਵਿੱਚ ਰਹਿੰਦਾ, ਪਰਮੇਸ਼ਰ ਦੇ ਨਾਲ ਇਕਤਾਈ 'ਚ ਚੱਲਦਾ ਏ, ਉਹ ਪਰਮੇਸ਼ਰ ਦੇ ਨਾਲ ਇੱਕ ਹੋ ਜਾਂਦਾ ਏ। आप परमेश्वर के साथ एक ही हो चुका है। ਤੁਸੀਂ ਪਰਮੇਸ਼ਰ ਦੇ ਨਾਲ ਇੱਕ ਬਣ ਚੁੱਕੇ ਹੋ। ये आप सच्चाई को जानते हो। ਇਹ ਸੱਚ ਨੂੰ ਕੀ ਤੁਸੀਂ ਜਾਣਦੇ ਹੋ? परमेश्वर के साथ एक ही हो चुका है। ਪਰਮੇਸ਼ਰ ਨਾਲ ਤੁਸੀਂ ਇੱਕ ਹੋ ਚੁੱਕੇ ਹੋ। परमेश्वर के नाम की स्तुति हो। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। ये नई सृष्टि, ਇਹੀ ਇੱਕ ਨਵੀਂ ਰਚਨਾ। नई सृष्टि का अर्थ यही है। ਨਵੀਂ ਰਚਨਾ ਦਾ ਭਾਵ ਹੀ ਇਹ नई ਹੈ। सृष्टि में आप कल्ले नहीं हैं। ਨਵੀਂ ਰਚਨਾ ਦੇ ਵਿੱਚ ਤੁਸੀਂ ਵਿਰਲੇ ਇਕੱਲੇ नई ਨਹੀਂ ਹੋ। सृष्टि में आप किसी का घर बन चुका है। ਨਵੀਂ ਰਚਨਾ ਦੇ ਵਿੱਚ ਤੁਸੀਂ ਕਿਸੇ ਦੇ ਰਹਿਣ ਦੀ ਜਗ੍ਹਾ ਬਣ ਚੁੱਕੇ ਹੋ। क्या किसका घर है? ਕਿਹਦਾ ਘਰ ਹੈ? परमेश्वर का घर। ਪਰਮੇਸ਼ਰ ਦਾ एक ਘਰ ही ਹੈ। आत्मा हो चुका है। ਇੱਕ ਹੀ ਰੂਹ ਹੋ ਚੁੱਕੇ ਹੋ। परमेश्वर के आत्मा के साथ आप एक ही हो चुका ਅਤੇ है। ਪਰਮੇਸ਼ਰ ਦੇ ਰੂਹ ਦੇ ਨਾਲ ਤੁਸੀਂ ਇੱਕ ਬਣ ਚੁੱਕੇ ਹੋ। ये बहुत सुंदर बात है, ਇਹ ਬਹੁਤ ਸੋਹਣੀ ਗੱਲ ਹੈ। बहुत सौभाग्य की बात है। ਬਹੁਤ ਹੀ ਸੌਭਾग्य ਦੀ चाहे ਗੱਲ ਹੈ। दुनिया में कैसे भी हो, ਭਾਵੇਂ ਦੁਨੀਆ 'ਚ ਕਿੱਦਾਂ ਵੀ ਹੋ, इस शरीर पर, इस संसार में रहने के कारण आप कैसे भी दुख उड़ाते हो, कैसे भी परेशानी में हो, लेकिन आपके अंदर की आत्मा परमात्मा के साथ एक ही हो चुका ਅਤੇ है। ਦੁਨੀਆ ਦੇ ਵਿੱਚ ਦੇਹ ਦੇ ਵਿੱਚ ਰਹਿਣ ਕਰਕੇ ਤੁਸੀਂ ਕਿੱਦਾਂ ਦੇ ਵੀ ਹੋ, ਕਿੱਡੇ ਵੀ ਮੁਸ਼ਕਿਲਾਂ ਨੂੰ ਸਹਿ ਰਹੇ ਹੋ, ਕਿੱਡੀ ਵੀ ਔਕੜਾਂ ਨੂੰ ਸਹਿ ਰਹੇ ਹੋਗੇ, ਪਰ ਤੁਸੀਂ ਆਤਮਾ ਦੇ ਵਿੱਚ, ਪ੍ਰਭੂ ਦੇ ਵਿੱਚ ਤੁਸੀਂ ਇੱਕ ਹੀ ਬਣ ਚੁੱਕੇ ਹੋ। परमेश्वर के नाम की स्तुति को। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। याकूब 3 का 11 पढ़े। ਯਾਕੂਬ ਦੀ ਪੱਤਰੀ 3 ਅਧਿਆਇ ਦਾ 11 ਵਚਨ ਆਪਾਂ ਪੜਾਂਗੇ। कोई पढ़ रहे हो? क्या सोते के एक ही मुंह से मीठा और खारा जल दोनों निकलता है? हाँ,
वो वचन अभी नहीं पढ़ना, बाद में जाएगी। परमेश्वर के नाम की स्तुति हो। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। अभी शैतान फिर कहाँ तंग कर रहे हैं? ਫਿਰ ਸ਼ੈਤਾਨ ਕਿੱਥੇ ਸਾਨੂੰ ਦੁਖੀ ਕਰਦਾ ਹੈ? हमने पहले बताए थे ਅਸੀਂ ਪਹਿਲਾਂ ਹੀ ਦੱਸਿਆ ਸੀ हमारे अंदर एक इंसान जो हम जहाँ बोलते हैं वो 3 चीज से बनाया गया है। ਸਾਡੇ ਜਿਹੜਾ ਅਸੀਂ ਮਨੁੱਖ ਹਾਂ, ਅਸੀਂ ਮਨੁੱਖ ਦੀ ਰਚਨਾ 3 ਚੀਜ਼ਾਂ ਦੇ ਨਾਲ ਕੀਤੀ ਗਈ ਹੈ। और मेरी प्राण भी 3 बातों से जुड़ा हुआ ਤੇ ਮੇਰੀ है। ਜਾਨ 'ਚ ਵੀ 3 ਗੱਲਾਂ ਜੁੜੀਆਂ ਹੋਈਆਂ ਨੇ। मेरी प्राण किससे जुड़ा हुआ ਮੇਰੀਆਂ है? ਜਿਹੜੀਆਂ 3 ਗੱਲਾਂ ਉਹ ਕਿਹੜੀਆਂ ਨੇ? माइंड से, सोल, स्पिरिट, बॉडी। ਅਤੇ ਮੇਰੇ ਦੇਹ ਪ੍ਰਾਣ ਆਤਮਾ देह प्राण आत्मा से जुड़ा हुआ है मैं। ਅਤੇ ਰੂਹ ਜਿਸਮ ਜਾਨ मेरी प्राण सॉरी ਰੂਹ ਜਿਸਮ ਜਾਨ ਦਾ ਮੈਂ ਬਣਿਆ ਹੋਇਆ ਹਾਂ ਅਤੇ ਮੇਰੇ ਮਨ ਦੇ ਵਿੱਚ ਮੇਰੇ ਜਾਨ ਦੇ ਵਿੱਚ 3 ਗੱਲਾਂ ਜੁੜੀਆਂ ਹੋਈਆਂ ਨੇ। हाँ क्या क्या है? ਉਹ ਕਿਹੜੀਆਂ ਨੇ? मन, ਮਨ, इच्छा, ਇੱਛਾਵਾਂ, भावनाएं। ਭਾਵਨਾਵਾਂ। तो मेरी प्राण के अंदर ये 3 बातों में शैतान अटैक करते ਅਤੇ हैं। ਮੇਰੇ ਮਨ ਦੇ ਵਿੱਚ ਇਹ ਜਿਹੜੀਆਂ 3 ਗੱਲਾਂ ਜੁੜੀਆਂ ਹੋਈਆਂ ਨੇ, ਇਹਨਾਂ ਤਿੰਨੇ ਗੱਲਾਂ ਦੇ ਉੱਤੇ ਸ਼ੈਤਾਨ ਆਪਦਾ ਹੱਲਾ ਬੋਲਦਾ मेरी ਹੈ। माइंड को अटैक करते ਮੇਰੇ हैं, ਮਨ ਦੇ ਉੱਤੇ ਉਹ ਆਪਦਾ ਹੱਲਾ मेरी ਬੋਲਦਾ ਹੈ। मन को अटैक करते हैं, ਮੇਰੇ ਮਨ ਨੂੰ ਬਦਲਦਾ ਉਹ वो ਕਰਦਾ ਹੈ। आपको तंग करते ਉਹ हैं। ਮੇਰੇ ਮਨ ਨੂੰ ਤੰਗ ਕਰਦਾ एक्चुअली ਹੈ। आपके अंदर शैतान नहीं है, ਸੱਚਮੁੱਚ ਤਾਂ ਤੁਹਾਡੇ ਅੰਦਰ ਕੋਈ ਸ਼ੈਤਾਨ ਨਹੀਂ ਹੈ, आपके मन को वो तंग कर रहे ਪਰ हैं, ਤੁਹਾਡੇ ਮਨ ਨੂੰ ਉਹ ਦੁਖੀ ਕਰਦਾ ਹੈ। आपको भयम डाल रहे हैं, ਤੁਹਾਡੇ ਅੰਦਰ ਵਹਿਮ ਪਾਉਂਦਾ ਹੈ आपको कहते हैं आपके अंदर अभी भी शैतान ਤੇ है। ਤੁਹਾਡੇ ਅੰਦਰ ਵਹਿਮ ਇਹ ਪਾਉਂਦਾ ਕਿ ਕਹਿ ਦਿੰਦਾ ਕਿ ਤੁਹਾਡੇ ਅੰਦਰ ਹਜੇ ਵੀ ਸ਼ੈਤਾਨ ਹੈ। और आपके अंदर की इच्छाओं को शैतान को आपकी मन को तंग करने के लिए आपकी इच्छाओं पर खेलते हैं। ਅਤੇ ਉਹ ਤੁਹਾਡੇ ਮਨ ਦੀਆਂ ਜਿਹੜੀਆਂ ਇੱਛਾਵਾਂ ਨੇ ਅਤੇ ਦੂਜੀ ਜਿਹੜੀ ਚੀਜ਼ ਹੈ ਇੱਛਾਵਾਂ ਨੂੰ ਉਹ ਵਰਤਦਾ ਤਾਂ ਕਿ ਤੁਹਾਡੇ ਮਨ ਨੂੰ ਦੁਖੀ ਕਰ ਸਕੇ, ਤੁਹਾਡੇ ਮਨ ਦੇ ਨਾਲ ਉਹ ਖੇਡ ਸਕੇ और आपकी भावनाओं के ऊपर ही वो युक्ति बनाते ਤੇ हैं। ਤੁਹਾਡੀਆਂ ਭਾਵਨਾਵਾਂ ਦੇ ਉੱਤੇ ਉਹ ਵਿਉਂਤਾ ਕੱਢਦਾ ਏ। आपने समझना है बातों को। ਤੁਸੀਂ ਇਹਨਾਂ ਗੱਲਾਂ ਨੂੰ ਸਮਝਣਾ ਹੈ। मेरी प्राण के ऊपर शैतान की अटैक होती है, ਮੇਰੀ ਜਾਨ ਦੇ ਉੱਤੇ ਸ਼ੈਤਾਨ ਦਾ ਹੱਲਾ ਹੁੰਦਾ ਹੈ क्योंकि मेरे प्राण में एक मन है, इच्छा है, भावना है, उसमें शैतान तंग करते ਕਿਉਂਕਿ हैं। ਮੇਰੀ ਜਾਨ ਦੇ ਵਿੱਚ ਮੇਰਾ ਇੱਕ ਮਨ ਹੈ, ਮੇਰੀਆਂ ਜਿਹੜੀਆਂ ਇੱਛਾਵਾਂ ਨੇ ਤੇ ਮੇਰੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਦੇ ਉੱਤੇ ਸ਼ੈਤਾਨ ਹੱਲਾ ਬੋਲਦਾ ਹੈ। शैतान आत्मा है, ਸ਼ੈਤਾਨ ਇੱਕ ਰੂਹ ਹੈ, लेकिन मेरी आत्मा के साथ उसका कोई रिश्ता नहीं ਪਰ है, ਮੇਰੀ ਰੂਹ ਦੇ ਨਾਲ ਉਹਦਾ ਕੋਈ ਤਾਲਮੇਲ ਨਹੀਂ ਹੈ। लेकिन वो बार बार तंग करते हैं। ਪਰ ਫਿਰ ਵੀ ਉਹ ਬਾਰ-ਬਾਰ ਦੁਖੀ ਕਰਦਾ ਹੈ। जिसके ऊपर दुष्ट आत्मा पहले था, जो मसीह को स्वीकार करने के पहले, ਪ੍ਰਭੂ ਨੂੰ ਮੰਨਣ ਤੋਂ ਪਹਿਲਾਂ ਜਿਨ੍ਹਾਂ ਉੱਤੇ ਇਸ ਤਰ੍ਹਾਂ ਬਦਰੂਹਾਂ ਦਾ ਸਾਇਆ ਸੀ, वो उसके ऊपर बहुत तंग करते ਉਹ रहेंगे। ਉਹਨਾਂ ਨੂੰ ਬੜੇ ਦੁਖੀ ਕਰਦੇ ਸੀ। अलग अलग सपना डालेंगे, बात डालेंगे, चिंताओं को डालेंगे, बोझ डालेंगे, पगले जो करके आया पापों के प्रति इच्छा को उत्पन्न कराएंगे, क्योंकि आपके मन के ऊपर फिर कहे अभी भी शैतान गया नहीं। ਅਤੇ ਤੁਹਾਨੂੰ ਪਹਿਲਾਂ ਵਾਲੀਆਂ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਊਗਾ, ਪਾਪ ਦਾ ਮਨ ਕਰੂਗਾ ਤੇ ਦੁਖੀ ਕਰੂਗਾ ਤੇ ਸ਼ੈਤਾਨ ਉਹਨਾਂ ਹੀ ਗੱਲਾਂ ਦੇ ਵਿੱਚ ਵਾਪਸ ਤੁਹਾਨੂੰ ਉਹ ਸਵਾਦ ਨੂੰ ਯਾਦ ਦਿਵਾਊਗਾ ਅਤੇ ਤਾਂ ਕਿ ਤੁਹਾਨੂੰ ਉਹ ਤੁਹਾਡੇ ਮਨ ਦੇ ਉੱਤੇ ਕਾਬੂ ਕਰ ਸਕੇ ਤੇ ਤੁਹਾਨੂੰ ਖੇਡ ਸਕੇ। और मानसीय शारीरिक रूप से आपको तंग करेंगे, ਮਾਨਸਿਕ ਰੱਖੋ ਪੱਖੋਂ ਤੇ ਦੇਹਿਕ ਪੱਖੋਂ ਤੁਹਾਨੂੰ ਦੁਖੀ ਕਰੇ। आपको बोलेंगे पगले शैतान था, तभी गर्दन में कंधे में था बोझ, वो अभी भी वैसे मतलब शैतान है। ਅਤੇ ਸ਼ੈਤਾਨ ਤੁਹਾਨੂੰ ਇਦਾਂ ਦਾ ਸਮਝਾਵੇਗਾ ਕਿ ਪਹਿਲਾਂ ਜਦੋਂ ਤੇਰੇ ਉੱਤੇ ਸ਼ੈਤਾਨ ਕੰਮ ਕਰਦਾ ਸੀਗਾ ਤਾਂ ਤੇਰੀ ਧੌਣ ਦੁਖਦੀ ਹੁੰਦੀ ਸੀ ਜਾਂ ਤੇਰੇ ਮੋਢੇ ਭਾਰੇ ਰਹਿੰਦੇ ਸੀ, ਜੇ ਤੇਰਾ ਹੁਣ ਵੀ ਉਹੀ ਹਾਲ ਹੈ ਤਾਂ ਮਤਲਬ ਤੇਰੇ ਤੇ ਸ਼ੈਤਾਨ ਹਜੇ ਵੀ ਹੈਗਾ। जो पगले शैतान आते थे सिर भारी कराते थे, अभी भी सिर भारी है, मतलब शैतान अभी भी है। ਤੇ ਜਦੋਂ ਪਹਿਲਾਂ ਸ਼ੈਤਾਨ ਆਉਂਦਾ ਸੀ ਤਾਂ ਉਦੋਂ ਸਿਰ ਬੜਾ ਭਾਰਾ ਹੋ ਜਾਂਦਾ ਸੀ, ਜੇ ਤੇਰਾ ਸਿਰ ਹਜੇ ਵੀ ਭਾਰਾ ਇਹਦਾ ਮਤਲਬ ਸ਼ੈਤਾਨ ਗਿਆ ਨਹੀਂ ਹੈ। और मेरे को स्वप्न में पगले जो शैतान तंग करते थे मसीह में आने के पहले, अभी वो तंग करने लगी, उसका मतलब अभी शैतान आया, निकाल दो मेरे अंदर से। ਅਤੇ ਅਸੀਂ ਸੋਚਦੇ ਹਾਂ ਕਿ ਜਦੋਂ ਮੈਂ ਮਸੀਹ ਦੇ ਵਿੱਚ ਨਹੀਂ ਸੀ ਉਦੋਂ ਮੇਰੇ ਅੰਦਰ ਜੋ ਦਰਸ਼ਨ ਸੁਪਨਿਆਂ ਦੇ ਵਿੱਚ ਮੈਨੂੰ ਜੋ ਤੰਗ ਕਰਦਾ ਸੀ ਸ਼ੈਤਾਨ, ਤੇ ਹੁਣ ਵੀ ਦੁਬਾਰੇ ਮੈਨੂੰ ਉਦਾਂ ਦੇ ਸੁਪਨੇ ਆਉਂਦੇ, ਮੇਰੇ ਤੇ ਸ਼ੈਤਾਨ ਫੇਰ ਆ ਕੇ ਤੁਸੀਂ ਮੈਨੂੰ ਕੱਢ और ਦਿਓ। मसीह में आने के पहले मैं बहुत टेंशन में रोते थे, अभी भी मैं ऐसे रोने लगी, फिर शैतान आए थे। ਅਤੇ ਮਸੀਹ ਚ ਆਉਣ ਤੋਂ ਪਹਿਲਾਂ ਮੈਂ ਆਪਣੀਆਂ ਫਿਕਰਾਂ ਨੂੰ ਲੈ ਕੇ ਚਿੰਤਾਵਾਂ ਨੂੰ ਲੈ ਕੇ ਬੜਾ ਰੋਂਦਾ ਹੁੰਦਾ ਸੀਗਾ, ਤੇ ਹੁਣ ਵੀ ਮੈਂ ਉਦੋਂ ਹੀ ਰੋ ਰਿਹਾਗਾ, ਤਾਂ ਇਸ ਦਾ ਮਤਲਬ ਸ਼ੈਤਾਨ ਮੇਰੇ ਤੋਂ ਗਿਆ ਨਹੀਂ, ਉਹਨੂੰ ਕੱਢ ਦਿਓ। जब मसीह में आने के पहले मुझे बहुत गुस्सा आते थे, सिस्टर इस दिनों में फिर वो गुस्सा आने लगी, मतलब शैतान आ गया। ਅਤੇ ਪਹਿਲਾਂ ਮਸੀਹ ਚ ਆਉਣ ਤੋਂ ਪਹਿਲਾਂ ਮੇਰੇ
ਅੰਦਰ ਬੜਾ ਗੁੱਸਾ ਹੁੰਦਾ ਸੀਗਾ ਤੇ ਫਿਰ ਪ੍ਰਭੂ ਚ ਆ ਕੇ ਠੀਕ ਹੋ ਗਏ ਸੀ, ਪਰ ਇਹਨਾਂ ਦਿਨਾਂ 'ਚ ਫਿਰ ਮੇਰੇ ਅੰਦਰ ਉਹ ਗੁੱਸਾ ਭੜਕਣਾ ਸ਼ੁਰੂ ਹੋ ਗਿਆ। ਫਿਰ ਮਤਲਬ ਸ਼ੈਤਾਨ ਆ ਕੇ ਤੁਸੀਂ ਇਹਨੂੰ ਬਾਹਰ ਕੱਢੋ। और मसीह में आने के पहले शरीर की इच्छाओं को आप गिरा हुआ व्यक्ति था, उस इच्छा आपकी भावनाओं पर फिर प्रेस करेंगी, क्योंकि फिर आपसे कहे वो आपके मन में आके आपको दबाव डाले, शैतान अभी भी गया नहीं। ਅਤੇ ਮਸੀਹ ਚ ਆਉਣ ਤੋਂ ਪਹਿਲਾਂ ਦੇਹਿਕ ਲਾਲਸਾਂ ਦੇ ਵਿੱਚ ਤੁਸੀਂ ਡਿੱਗ ਚੁੱਕੇ ਸੀਗੇ ਤੇ ਪਰ ਫਿਰ ਉਸ ਤੋਂ ਬਾਅਦ ਹੁਣ ਵੀ ਫਿਰ ਤੁਹਾਡੇ ਅੰਦਰ ਉਹ ਇੱਛਾਵਾਂ ਨੂੰ, ਉਹ ਤੁਹਾਡੀਆਂ ਜਿਹੜੀਆਂ ਦੇਹਿਕ ਲਾਲਸਾਵਾਂ ਨੇ, ਉਹ ਫਿਰ ਉਹਨਾਂ ਨੂੰ ਦੁਬਾਰ ਤੋਂ ਦੱਬ ਦਿੰਦਾ ਗਾ। ਸ਼ੈਤਾਨ ਉਹਨਾਂ ਨੂੰ ਪ੍ਰਗਟ ਕਰਨਾ ਸ਼ੁਰੂ ਕਰਦਾ ਤਾਂ ਕਿ ਫਿਰ ਤੁਸੀਂ ਸ਼ੈਤਾਨ ਦੇ ਚੰਗੁਲ ਦੇ ਵਿੱਚ ਫਸ ਕੇ ਪਾਪ ਦੇ ਵਿੱਚ ਡਿੱਗ ਜਾਓ। मतलब एक ही बेड में आपके शरीर को, आपको प्राण को तंग कर रहे शैतान, आपसे ये झूठ आपको स्थापित करने के लिए आपके अंदर से शैतान गया नहीं। ਅਤੇ ਸ਼ੈਤਾਨ ਸਿੱਧੀ ਗੱਲ ਕਹੀਏ ਤਾਂ ਉਹ ਤੁਹਾਡੀ ਦੇਹ ਦੇ ਉੱਤੇ ਕਾਬੂ ਪਾਉਣ ਦੇ ਲਈ, ਤੁਹਾਡੇ ਮਨ ਦੇ ਉੱਤੇ ਜਾਂ ਤੁਹਾਡੀ ਜਾਨ ਦੇ ਉੱਤੇ ਕਾਬੂ ਪਾਉਣ ਦੇ ਲਈ ਇਹਨਾਂ ਗੱਲਾਂ ਨੂੰ ਤੁਹਾਡੇ ਦਿਮਾਗ ਦੇ ਵਿੱਚ ਭਰਦਾ ਰਹਿੰਦਾ ਗਾ ਕਿ ਤਾਂ ਕਿ ਉਹ ਇਸ ਗੱਲ ਨੂੰ ਸਾਬਿਤ ਕਰ ਸਕੇ, ਹਾਂ ਸ਼ੈਤਾਨ ਤੇਰੀ ਜ਼ਿੰਦਗੀ 'ਚੋਂ ਗਿਆ ਨਹੀਂ, ਉਹ ਹਜੇ ਵੀ ਤੇਰੀ ਜੀਵਨ 'ਚ ਹੈਗਾ। शैतानिक सेम तकलीफ, सेम तंग, सेम सारे प्रॉब्लम दोबारा आपके साथ चलते रहेंगे पूरा जिंदगी भर आपके आसपास घूमते रहेंगे, आपको तंग करते रहेंगे। लेकिन सोचना, आपके आत्मा को शैतान अटैक नहीं कर सकते, आपके आत्मा में पवित्र आत्मा का घर अब बन चुका है। ਅਤੇ ਮਸੀਹ 'ਚ ਆਉਣ ਤੋਂ ਪਹਿਲਾਂ ਜਿਹੜੀਆਂ ਪਰਿਸਥਿਤੀਆਂ ਨੂੰ, ਜਿਹੜੀਆਂ ਮੁਸ਼ਕਿਲਾਂ ਨੂੰ, ਜਿਹੜੀਆਂ ਜਿਨੇ ਰੋਗ ਸੀ ਜਾਂ ਬਿਮਾਰੀਆਂ ਜਾਂ ਦੁੱਖ ਤਕਲੀਫ ਪਰੇਸ਼ਾਨੀਆਂ ਜੋ ਵੀ ਸੀਗੀਆਂ, ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ੈਤਾਨ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਗਾ। ਤੇ ਤੁਸੀਂ ਉਹਨਾਂ ਗੱਲਾਂ ਨੂੰ ਦੇਖਣਾ ਜ਼ਰੂਰ ਹੈ, ਪਰ ਉਹਨਾਂ ਗੱਲਾਂ ਨੂੰ ਇਹ ਨਾ ਸੋਚੋ ਕਿ ਇਸ ਗੱਲ ਦਾ ਧਿਆਨ ਰੱਖੋ ਕਿ ਸ਼ੈਤਾਨ ਕਦੇ ਵੀ ਤੁਹਾਡੀ ਰੂਹ ਦੇ ਉੱਤੇ ਹੱਲਾ ਨਹੀਂ ਬੋਲ ਸਕਦਾ, ਤਾਂ ਕਿ ਸ਼ੈਤਾਨ ਇਹ ਸਾਬਿਤ ਕਰਨਾ ਚਾਹੁੰਦਾ ਗਾ ਕਿ ਹਾਂ ਤੇਰੀ ਜ਼ਿੰਦਗੀ ਬਦਲੀ ਨਹੀਂ ਹੈ, ਸ਼ੈਤਾਨ ਹਜੇ ਵੀ ਤੇਰੇ ਜੀਵਨ 'ਚ ਹੈ। ਪਰ ਤੁਸੀਂ ਇੱਕ ਗੱਲ ਦਾ ਧਿਆਨ ਰੱਖੋ ਕਿ ਸ਼ੈਤਾਨ ਕਦੇ ਵੀ ਤੁਹਾਡੀ ਰੂਹ ਦੇ ਉੱਤੇ ਹੱਲਾ ਨਹੀਂ ਬੋਲ ਸਕਦਾ। ਤੁਸੀਂ ਮਸੀਹ ਯੀਸ਼ੂ ਦੇ ਵਿੱਚ ਇੱਕ ਨਵੀਂ ਰਚਨਾ ਹੋ ਤੇ ਹੁਣ ਤੁਸੀਂ ਪਰਮੇਸ਼ਰ ਦੇ ਪਵਿੱਤਰ ਆਤਮਾ ਦੇ ਪਾਕਰੂ ਦੇ ਰਹਿਣ ਦੀ ਜਗ੍ਹਾ ਬਣ ਚੁੱਕੇ ਹੋ। इस तरह प्रॉब्लम दोबारा जब आते, तुरंत यीशु के लहू से आपकी मन को कवर करना। ਅਤੇ ਇਦਾਂ ਦੀ ਮੁਸ਼ਕਿਲ ਜਦੋਂ ਦੁਬਾਰਾ ਤੁਹਾਡੀ ਜੀਵਨ ਦੇ ਵਿੱਚ ਆਉਂਦੀ ਹੈ, ਉਸੇ ਵੇਲੇ ਪਵਿੱਤਰ ਲਹੂ ਦੇ ਨਾਲ, ਯੀਸ਼ੂ ਦੇ ਲਹੂ ਦੇ ਨਾਲ ਆਪਦੇ ਆਪ ਨੂੰ ਢੱਕ ਲੈਣਾ ਹੈ, आपके प्राण को कवर करना। ਆਪਦੀ ਜਾਨ ਨੂੰ ਕਵਰ ਕਰਨਾ ਹੈ। मसीह आपके अंदर रहते हैं, आप दोबारा वो दोहराते रहना, आप बोलते रहना, मसीह मेरे अंदर रहते हैं। ਅਤੇ ਮਸੀਹ ਤੁਹਾਡੇ ਅੰਦਰ ਵਸਦਾ। ਇਸ ਗੱਲ ਨੂੰ ਦੁਬਾਰੇ ਤੁਸੀਂ ਆਪਦੇ ਜ਼ੁਬਾਨ ਦੇ ਵਿੱਚੋਂ ਲੈਂਦੇ ਰਹੋ ਕਿ ਹਾਂ ਮਸੀਹ ਮੇਰੇ ਅੰਦਰ ਵਸਦਾ, ਮਸੀਹ ਮੇਰੇ ਅੰਦਰ ਵਸਦਾ, ਮੈਂ ਮਸੀਹ ਦੇ ਰਹਿਣ ਦੀ ਜਗ੍ਹਾ ਹਾਂ, मैं हमेशा के लिए मसीह का पक्का घर हूँ, ਮੈਂ ਸਦਾ ਮਸੀਹ ਦੇ ਰਹਿਣ ਦੀ ਥਾਂ ਹਾਂ, मसीह मेरे अंदर रहते ਮਸੀਹ हैं। ਮੇਰੇ ਅੰਦਰ ਵਸਦਾ ਹੈ। चाहे बाहर से कितनी अटैक होते रहो, लेकिन मसीह शैतान को हमेशा के लिए, उसको अधिकार को मेरे जीवन से निकाल चुका है। ਅਤੇ ਭਾਵੇਂ ਮੇਰੇ ਬਾਹਰੋਂ ਜਿੰਨੇ ਮਰਜ਼ੀ ਮੇਰੇ ਤੇ ਹੱਲੇ ਬੋਲੇ ਜਾਣ, ਪਰ ਮੇਰੇ ਰੂਹ ਦੇ ਵਿੱਚੋਂ ਸ਼ੈਤਾਨ ਨੂੰ ਅਤੇ ਮੇਰੀ ਜਾਨ ਦੇ ਵਿੱਚੋਂ ਸ਼ੈਤਾਨ ਨੂੰ ਪਰਮੇਸ਼ਰ ਕੱਢ ਚੁੱਕਿਆ ਹੈ। आप लोग ये विश्वास नहीं करेंगे, ਤੁਸੀਂ ਇਹਨਾਂ ਗੱਲਾਂ ਤੇ ਭਰੋਸੇ ਨਹੀਂ ਕਰੋ। मुझे अभी भी पता लग रहा है, ਮੈਨੂੰ ਪਤਾ ਲੱਗ अब बोल रहे ਰਿਹਾ ਹੈ। अभी भी शैतान नर मेरे सिर भारी करके ਤੁਸੀਂ रखा है। ਸੋਚੋਗੇ ਕਿ ਹਜੇ ਵੀ ਸ਼ੈਤਾਨ ਮੇਰੇ ਸਿਰ ਨੂੰ ਭਾਰਾ ਕਰਕੇ ਬੈਠਾ ਹੈ। ऐसे वो सोचने वाले लोग भी बैठा है। ਇਦਾਂ ਵੀ ਸੋਚਣ ਵਾਲੀ ਜਨਤਾ ਬੈਠੀ ਹੈ ਇੱਥੇ। आपने शैतान को कोई भी झूठों को कभी विश्वास ना करे। ਅਤੇ ਤੁਸੀਂ ਸ਼ੈਤਾਨ ਦੇ ਕਿਸੇ ਵੀ ਗੱਪ ਦੇ ਉੱਤੇ ਕਦੇ ਵੀ ਵਿਸ਼ਵਾਸ ਨਾ ਕਰੋ। मैं अभी जो बोल रहे ये बात सालों के पहले जिसको ऊपर दुष्टात्मा निकालते थे, तब पवित्र आत्मा मुझे बोल रहे थे इसका अंदर शैतान नहीं है, शैतान उसको बाहर से तंग करते। ਅਤੇ ਅੱਜ ਤੋਂ ਬਹੁਤ ਬਰੇ ਪਹਿਲਾਂ ਜਿਨ੍ਹਾਂ ਲੋਕਾਂ ਦੇ ਉੱਤੇ ਮੈਂ ਬਦਰੂਹਾਂ ਨੂੰ ਕੱਢਿਆ, ਉਹਨਾਂ ਲੋਕਾਂ ਨੂੰ ਮੈਂ ਫਿਰ ਇਹ ਗੱਲ ਸਮਝਾਈ ਸੀ ਅਤੇ ਪਰਮੇਸ਼ਰ ਨੇ ਵੀ ਮੈਨੂੰ ਇਹੀ ਗੱਲ ਕਹੀ ਸੀ ਕਿ ਇਹਨਾਂ ਉੱਤੇ ਹੁਣ ਕੋਈ ਸ਼ੈਤਾਨ ਨਹੀਂ ਹੈ, ਪਰ ਸ਼ੈਤਾਨ ਇਹਨਾਂ ਦੇ ਮਨਾਂ ਦੇ ਵਿੱਚ, ਇਹਨਾਂ ਦੇ ਜੀਵਨ ਦੇ ਵਿੱਚ ਇਸ ਗੱਲ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। परमेश्वर के नाम की स्तुति करो। प्रभु के नाम दी बढ़ाई अब होवे। बाइबल में देख ले, वाणी मसीह में आया वो लोगों को ऊपर से कभी भी शैतान को नहीं निकाला। ਅਤੇ ਮਸੀਹ ਦੇ ਵਿੱਚ ਆਏ ਹੋਏ ਲੋਕਾਂ ਨੂੰ ਜੇ ਬਾਣੀ ਦੇ ਵਿੱਚੋਂ ਵੇਖੀਏ ਤਾਂ ਕਿਸੇ ਨੂੰ ਵੀ ਉਸ ਤੋਂ ਬਾਅਦ ਫੇਰ ਦੁਬਾਰਾ ਸ਼ੈਤਾਨ ਉਹਦੇ ਵਿੱਚੋਂ ਕੱਢਿਆ ਨਹੀਂ ਗਿਆ। कलीसिया से शैतान को नहीं निकाला ਸੰਗਤ ਦੇ है। ਵਿੱਚੋਂ ਸ਼ੈਤਾਨ ਨੂੰ ਦੁਬਾਰੇ ਨਹੀਂ ਕੱਢਿਆ ਗਿਆ। यीशु मसीह अपने चेलों का किसी के ऊपर से दुष्टात्मा को नहीं निकाला। ਯीशु ਨੇ ਆਪਣੇ ਸ਼ਾਗਿਰਦਾਂ ਵਿੱਚੋਂ ਕਿਸੇ ਦੀ ਭੂਤਨੀ ਕੱਢੀ ਸੀ। आप जो मसीह में हो, ਤੁਸੀਂ ਜਦੋਂ ਮਸੀਹ ਚ ਹੋ, आप एक नई सृष्टि है। ਤੁਸੀਂ ਇੱਕ नवीं रचना हो। आप हमेशा इस बातों को आपने स्वीकार करना है। ਸਦਾ ਤੁਸੀਂ ਇਸ ਗੱਲ ਨੂੰ ਆਪਣੇ ਜੀਵਨ ਚ ਅੰਗੀਕਾਰ ਕਰਨਾ हर ਹੈ। दिन सवेरे उठ के ये बोलना ਹਰ है। ਰੋਜ਼ ਸਵੇਰੇ ਉੱਠ ਕੇ ਇਹ ਗੱਲ जब ਕਹੋ। शैतान बार बार आपको तंग करते ਜਦੋਂ हो, ਸ਼ੈਤਾਨ ਬਾਰ-ਬਾਰ ਤੁਹਾਨੂੰ ਦੁਖੀ ਕਰਦਾ आपकी ਹੈ, भावनाओं को तंग करते ਤੁਹਾਡੀਆਂ हो, ਭਾਵਨਾਵਾਂ ਨਾਲ ਛੇੜਖਾਨ ਕਰਦਾ आपके ਹੈ, मन को तंग करते ਤੁਹਾਡੇ हो, ਮਨ ਨੂੰ ਦੁਖੀ ਕਰਦਾ आपके ਹੈ, अंदर इच्छाओं को वो बना रहे हो, ਤੁਹਾਡੇ ਅੰਦਰ ਮਰਜ਼ੀਆਂ ਨੂੰ ਉਹ ਤਕੜਾ ਕਰ ਰਿਹਾ ਹੈ।
तभी भी आपने ये सोचना है ਉਦੋਂ ਵੀ ਤੁਸੀਂ ਇਹ ਗੱਲ ਸੋਚਣੀ ਹੈ मसीह का पक्का घर है मैं, ਮਸੀਹ ਦੇ ਪੱਕੀ ਰਹਿਣ ਬਸੇਰਾ शैतान ਮੈਂ मेरे ਹਾਂ। ऊपर कभी जय नहीं पाएंगे। शैतान मेरे ते कदे जित नहीं पाऊगा। परमेश्वर के नाम की स्तुति प्रभु करो। दे नाम दी वਡਿਆਈ ਹੋਵੇ। शैतान अपने कार्य को करने के लिए पूरी तरह कोशिश करेंगे, ਤੇ ਸ਼ੈਤਾਨ ਆਪਦੇ ਕੰਮ ਨੂੰ ਪੂਰਾ ਅੰਜਾਮ ਦੇਣ ਦੀ अलग ਕੋਸ਼ਿਸ਼ अलग ਕਰੇਗਾ। प्रकार की बीमारी आपके शरीर में ਵੱਖਰੇ ਵੱਖਰੇ डालेंगे, ਰੋਗ ਤੁਹਾਡੀ ਜ਼ਿੰਦਗੀ ਚ ਲੈ ਕੇ ਆਵੇਗਾ। लेकिन आपने बिल्कुल सही तरीका से मसीह की वचन के अनुसार चल के मसीह को अंदर ही पूरी तरह बसाना, मसीह को आपके अंदर बढ़ाना, मसीह को आपको पूरी तरह आपकी मन और शरीर पर पूरी आज़ादी देना, यह जिम्मेवारी आपको है। ਪਰ ਤੁਸੀਂ ਮਸੀਹ ਨੂੰ ਆਪਦੀ ਜ਼ਿੰਦਗੀ ਦੇ ਵਿੱਚ ਪੂਰੀ ਆਜ਼ਾਦੀ ਦੇਣੀ ਹੈ ਤੇ ਮਸੀਹ ਨੂੰ ਆਪਦੇ ਦਿਲ ਦਿਮਾਗ ਅਤੇ ਜਾਨ ਰੂਹ ਜਿਸਮ ਜਾਨ ਦੇ ਵਿੱਚ ਆਪਦੇ ਮਨ ਦੇ ਵਿੱਚ ਆਪਦੀਆਂ ਭਾਵਨਾਵਾਂ ਦੇ ਵਿੱਚ ਹਰ ਗੱਲਾਂ ਦੇ ਵਿੱਚ ਤੁਸੀਂ ਮਸੀਹ ਨੂੰ ਆਜ਼ਾਦੀ ਦੇਣੀ ਅਤੇ ਇਹ ਕਹਿਣਾ ਕਿ ਪਰਮੇਸ਼ਰ ਅੱਜ ਤੋਂ ਮੇਰਾ ਤੂੰ ਚਲਾਉਣ ਵਾਲਾ ਤੇ ਹਰ ਗੱਲਾਂ ਵਿੱਚ ਉਹਨੂੰ ਜਦੋਂ ਆਜ਼ਾਦੀ ਦੇਣਾ ਇਹ ਜ਼ਿੰਮੇਵਾਰੀ ਤੁਹਾਡੀ ਹੈ। और मसीह आपके अंदर रहते हैं, ਮਸੀਹ ਤੁਹਾਡੇ ਅੰਦਰ ਵਸਦਾ ਹੈ, फिर भी आपको फ्रीडम है, ਫਿਰ ਵੀ ਤੁਹਾਨੂੰ ਆਜ਼ਾਦੀ ਆਵੇ आपकी विल, आपकी चॉइस, आप उसमें आपको फ्रीडम है। ਅਤੇ ਤੁਹਾਡੀਆਂ ਇੱਛਾਵਾਂ ਤੁਹਾਡੀਆਂ ਆਪਣੀਆਂ ਇੱਛਾ ਦੀ ਆਪਣੀ ਇੱਛਾ ਰੱਖਣ ਦੀ ਅਤੇ ਤੁਹਾਡਾ ਚੁਣਾਵ ਕਰਨ ਦੀ ਮਰਜ਼ੀ ਤੁਹਾਡੀ ਹੈਗੀ ਹੈ। आप हमेशा फ्री है, ਤੁਸੀਂ ਸਦਾ ਹੀ ਮੁਫਤ ਹੋ। इसलिए वो अवसर शैतान को कभी मौका ना दे। ਇਸ ਕਰਕੇ ਆਪਦੀਆਂ ਇੱਛਾਵਾਂ ਜਿਹੜੀਆਂ ਤੁਹਾਨੂੰ ਦਿੱਤੀਆਂ ਗਈਆਂ ਨੇ ਉਹਨਾਂ ਦੇ ਉੱਤੇ ਕਦੇ ਵੀ ਚੜਾਈ ਕਰਨ ਦੀ ਕਦੇ ਸ਼ੈਤਾਨ ਨੂੰ ਮੌਕਾ ਨਾ एक ਬਖਸ਼ੋ। फ्री विल आपको दिया चुका ਅਤੇ है। ਇੱਕ ਤੁਹਾਡੀ ਆਪਦੀ ਚੁਣਾਵਟ ਦੀ ਇੱਕ ਚੁਣਾਵ ਕਰਨ ਦੀ ਇੱਛਾ ਤੁਹਾਡੇ ਅੰਦਰ ਦਿੱਤੀ ਗਈ आप ਹੈ। परमेश्वर ने एक रोबोट नहीं बनाया गया ਪਰਮੇਸ਼ਰ है, ਨੇ ਤੁਹਾਨੂੰ ਕੋਈ ਮਸ਼ੀਨ ਨਹੀਂ ਬਣਾਇਆ ਹੈ वो परमेश्वर कोई रिमोट कंट्रोल भी नहीं पकड़ा ਤੇ है। ਪਰਮੇਸ਼ਰ ਦੇ ਹੱਥਾਂ 'ਚ ਕੋਈ ਰਿਮੋਟ ਵੀ ਨਹੀਂ ਜਿਹਦੇ ਨਾਲ ਤੁਹਾਨੂੰ ਚਲਾਵੇ ਉਹ। जो वो चाहते सिर्फ वही आप करे। ਤੇ ਜੇ ਉਹ ਚਾਹੂਗਾ ਤਾਂ ਸਿਰਫ ਉਹੀ ਗੱਲਾਂ ਤੁਸੀਂ ਕਰੋ। परमेश्वर ने हमें फ्री रखा है। परमेश्वर ने सानू बिल्कुल आजाद रखा है। जैसे आदम हवा को एदन बैठक हमें फ्री छोड़ दिया था, इस तरह आपको भी आज फ्री छोड़ा हुआ ਤੇ है। ਆਦਮ ਤੇ ਹਵਾ ਨੂੰ ਜਿੱਦਾਂ ਪਰਮੇਸ਼ਰ ਨੇ ਅਦਨ ਦੇ ਬਗੀਚੇ ਦੇ ਵਿੱਚ ਬਿਲਕੁਲ ਆਜ਼ਾਦੀ ਦੇ ਰੱਖੀ ਸੀ ਉਸੇ ਤਰ੍ਹਾਂ ਤੁਹਾਨੂੰ ਵੀ ਆਜ਼ਾਦ ਕੀਤਾ ਹੋਇਆ ਹੈ। इस तरह आप भी आजादी में रह सकते ਇਸ हैं, ਤਰ੍ਹਾਂ ਤੁਸੀਂ ਆਜ਼ਾਦੀ 'ਚ ਵਸ ਸਕਦੇ ਹੋ। लेकिन आपकी इच्छा है आप शैतान की द्वार खोलना, आपको मन को परेशान करने के लिए उसको आजादी देना, ये आपके ऊपर है। ਪਰ ਤੁਸੀਂ ਆਪਦੇ ਮਨ ਦੇ ਵਿੱਚ ਇਹ ਆਜ਼ਾਦ ਹੋ ਕਿ ਹਾਂ ਤੁਸੀਂ ਸ਼ੈਤਾਨ ਦੇ ਲਈ ਕੀ ਬੂਹਾ ਖੋਲਣਾ ਹੈ ਜਾਂ ਨਹੀਂ ਖੋਲਣਾ, ਇਹ ਤੁਹਾਡੇ ਉੱਤੇ ਹੈ। पढ़ेंगे याकूब को पत्री 4:7 पढ़े। याकूब ਦੀ ਪੱਤਰੀ ਉਹਦਾ 4 ਅਧਿਆਇ ਉਹਦਾ 7ਵਾਂ वचन ਆਪਾਂ ਪढ़ांगे। इसलिए परमेश्वर के अधीन हो जाओ और शैतान का सामना करो तो वह तुम्हारे सामने से भाग निकलेगा। आमीन। परमेश्वर की अधीन हो जाओ, कल हम पढ़ा था उसका सही ट्रांसलेशन परमेश्वर की वचन के अधीन हो जाओ। ਅਤੇ ਕੱਲ ਵੀ ਆਪਾਂ ਇਸ ਵਚਨ ਨੂੰ ਪੜ੍ਹਿਆ ਸੀ ਤੇ ਇਹਦਾ ਅਸਲੀ ਜਿਹੜਾ ਮਤਲਬ ਇਹੀ ਹੈ ਜਾਂ ਅਸਲੀ ਇਹਦਾ ਅਨੁਵਾਦ ਇਹੀ ਹੈ ਕਿ ਪਰਮੇਸ਼ਵਰ ਦੇ ਵਚਨ ਦੇ ਅਧੀਨ ਹੋ ਜਾਓ और शैतान को सामने करो। ਸ਼ੈਤਾਨ ਦਾ ਟਾਕਰਾ ਕਰੋ। इसके अर्थ क्या है? ਇਹਦਾ ਭਾਵ ਕੀ ਹੈ? आपकी मन आपसे जो कहते ਤੁਹਾਡਾ हैं, ਮਨ ਜਾਂ ਤੁਹਾਨੂੰ ਜੋ ਵੀ ਕਹਿੰਦਾ ਹੈ, आपकी इच्छा आपसे क्या कहते ਤੁਹਾਡੀਆਂ हैं, ਇੱਛਾਵਾਂ ਤੁਹਾਨੂੰ ਕੀ ਕਹਿੰਦੀਆਂ ਨੇ, आपकी भावना, आपके इमोशन आपसे क्या कहते हैं, ਤੁਹਾਡੀਆਂ ਜਿਹੜੇ ਭਾਵਨਾਵਾਂ ਨੇ ਤੁਹਾਡੇ ਇਮੋਸ਼ਨ ਨੇ ਤੁਹਾਨੂੰ ਕੀ ਕਹਿੰਦੇ ये ਨੇ। प्रभु की वचन के अनुसार है कि नहीं आपने परखना है। ਅਤੇ ਇਹ ਪਰਮੇਸ਼ਵਰ ਦੇ ਬਾਣੀ ਮੁਤਾਬਿਕ ਹੈ ਕਿ ਨਹੀਂ, ਇਹਦੀ ਤੁਸੀਂ ਤੁਲਨਾ ਕਰਨੀ, ਤੁਸੀਂ ਇਹਨੂੰ ਪਰਖਣਾ ਹੈ। यदि ये वचन के अनुसार नहीं तो तुरंत शैतान को ढांड के दूर करना है। ਤੇ ਜੇ ਬਾਣੀ ਮੁਤਾਬਿਕ ਨਹੀਂ ਹੈ ਤਾਂ ਉਸੇ ਵੇਲੇ ਸ਼ੈਤਾਨ ਨੂੰ ਝੜਕਣਾ ਤੇ ਇੱਥੋਂ ਦੂਰ ਕਰ ਦੇਣਾ ਹੈ। शैतान को बोलना मेरे मन के ऊपर तू अटैक नहीं कर सकते ਤੇ हैं, ਸ਼ੈਤਾਨ ਨੂੰ ਕਹਿਣਾ ਕਿ ਤੂੰ ਮੇਰੇ ਮਨ ਦੇ ਉੱਤੇ ਕਦੇ ਵੀ ਹੱਲਾ ਨਹੀਂ ਬੋਲ ਸਕਦਾ, मेरी इच्छाओं को तुमने अटैक नहीं कर सकते ਮੇਰੀਆਂ हैं। ਇੱਛਾਵਾਂ ਦੇ ਉੱਤੇ ਤੂੰ ਕਦੇ ਹਮਲਾ ਨਹੀਂ ਕਰ ਸਕਦਾ। मेरी इच्छा सब मसीह के अधीन में ਮੇਰੀਆਂ है, ਇੱਛਾਵਾਂ ਸਾਰੀਆਂ ਮਸੀਹ ਦੇ ਹੇਠ ਨੇ, मेरे मन भी मसीह के अधीन ਮੇਰਾ में ਮਨ है, ਵੀ ਮਸੀਹ ਦੇ ਹੇਠ ਹੈ, और मेरे हर भावना भी मसीह के अधीन ਮੇਰੀਆਂ में ਸਾਰੀਆਂ है। ਭਾਵਨਾਵਾਂ ਮਸੀਹ ਦੇ ਹੇਠ ਨੇ मैं मसीह मेरे अंदर है, ਤੇ ਮਸੀਹ ਮੇਰੇ ਅੰਦਰ ਵਸਦਾ मसीह के ਹੈ, वचन मेरे अंदर रहते ਮਸੀਹ ਦੀ हैं। ਬਾਣੀ ਮੇਰੇ ਅੰਦਰ ਵਸਦੀ ਹੈ। शैतान भाग जाएगा। शैतान भाग जाएगा। नहीं तो आपके आत्मा का उद्धार होने के बावजूद भी हम लोग पूरा जिंदगी उस तंग करने के कारण हमारा भावनाओं में हम दुखी होते रहेंगे, हम चिड़चिड़ापन में रहेंगे, हम परेशानी में रहेंगे, उसका कोई उत्तर आपको नहीं दे सकते कोई भी। ਤੇ ਨਹੀਂ ਤਾਂ ਫਿਰ ਇਦਾਂ ਹੋਏਗਾ ਕਿ ਸਾਡੀ ਰੂਹ ਦਾ ਜਿਹੜਾ ਮੁਕਤੀ ਹੋਣ ਦੇ ਬਾਵਜੂਦ ਵੀ ਇਦਾਂ ਹੀ ਸ਼ੈਤਾਨ ਸਾਡੇ ਉੱਤੇ ਜੋ ਸਾਡੀਆਂ ਭਾਵਨਾਵਾਂ ਨਾਲ ਖੇਡਦਾ ਰਹੇਗਾ, ਸਾਨੂੰ ਭਾਵੁਕ ਕਰਦਾ ਰਹੇਗਾ ਤੇ ਸਾਡੀ ਜ਼ਿੰਦਗੀ 'ਚ ਮੁਸ਼ਕਿਲਾਂ, ਪਰੇਸ਼ਾਨੀਆਂ, ਹਮਲੇ, ਇਦਾਂ ਦੀ ਸਾਰੀਆਂ ਗੱਲਾਂ ਲੈ ਕੇ ਆਉਂਦਾ ਰਹੇਗਾ। ਫਿਰ ਉਹਦਾ ਕੋਈ ਵੀ ਮਨੁੱਖ ਧਰਤੀ ਉੱਤੇ ਇਦਾਂ ਦਾ ਨਹੀਂ ਹੈ ਜਿਹੜਾ ਉਸ ਮੁਸ਼ਕਿਲ ਦਾ ਹੱਲ ਕਰ ਸਕੇ। आपको आके ये कहांगी आपका मन में, आपके कोई नहीं आपके लिए, ਤੇ ਦੁਨੀਆ ਤੁਹਾਡੇ ਮਨ ਦੇ ਵਿੱਚ ਆ ਕੇ ਇਦਾਂ ਕਹੇਗਾ ਕਿ ਤੇਰਾ ਹੁਣ ਕੋਈ ਨਹੀਂ ਹੈ ਦੁਨੀਆ 'ਚ, आपका कोई प्यार भी नहीं ਤੁਹਾਨੂੰ करता, ਕੋਈ ਪਿਆਰ ਨਹੀਂ आपको ਕਰਦਾ, कोई समझता भी ਕੋਈ नहीं, ਤੈਨੂੰ ਸਮਝਦਾ ਨਹੀਂ आपका ਹੈ, प्रार्थना परमेश्वर सुनता ਤੇਰੀ भी ਦੁਆ नहीं, ਨੂੰ ਵੀ ਰੱਬ ਨਹੀਂ ਸੁਣਦਾ, आपके लिए कोई रास्ता भी नहीं ਤੇਰੀ खुलता। ਖਾਤਰ ਕੋਈ ਰਾਹ ਨਹੀਂ इस ਖੁੱਲਾ। चोरों
तरह से ये सब कुछ आपकी मन के ऊपर या आपका भावनाओं को ऊपर शैतान आपको अटैक कर रहे, ये बातों को आप समझना ਅਤੇ ਇਹ ਸਾਰੀਆਂ ਗੱਲਾਂ ਦੇ ਵਿੱਚ ਸ਼ੈਤਾਨ ਤੁਹਾਡੇ ਮਨ ਦੇ ਉੱਤੇ, ਤੁਹਾਡੀਆਂ ਭਾਵਨਾਵਾਂ ਦੇ ਉੱਤੇ ਤੁਹਾਨੂੰ ਭਾਵੁਕ ਕਰ ਰਿਹਾ, ਤੁਹਾਡੇ ਭਾਵਨਾਵਾਂ ਦੇ ਉੱਤੇ ਹੱਲਾ ਬੋਲ ਰਿਹਾ ਕਿ ਤੁਸੀਂ ਇਹਨਾਂ ਗੱਲਾਂ ਨੂੰ ਬੜੇ ਗੌਰ ਨਾਲ ਸਮਝਣਾ ਹੈ। ये सारे बातों परमेश्वर के वचन के अधीन में मैं लेके आना है। ਇਹ ਸਾਰੀਆਂ ਗੱਲਾਂ ਨੂੰ ਪ੍ਰਭੂ ਦੀ ਬਾਣੀ ਦੇ ਮੁਤਾਬਿਕ ਥੱਲੇ ਲੈ ਕੇ ਆਣਾ ਹੈ। वचन क्या कहते हैं? ਵਚਨ ਕੀ ਕਹਿੰਦਾ ਹੈ? वचन के अधीन में आप आएंगे, ਜਦੋਂ ਵਚਨ ਦੇ ਥੱਲੇ ਤੁਸੀਂ ਆ ਜਾਓਗੇ ये सारे बात आप फ्री हो ਤਾਂ जाएंगे। ਇਹਨਾਂ ਸਾਰੀਆਂ ਗੱਲਾਂ ਤੋਂ ਤੁਸੀਂ ਆਜ਼ਾਦ ਹੋ पढ़ेंगे ਜਾਓਗੇ। इफिसियों 4 के 27वां वचन पढ़े। ਇਫੀਸੀਆਂ ਦੀ ਪੱਤਰੀ ਉਹਦਾ 4 ਅਧਿਆਇ ਦਾ 27ਵਾਂ ਵਚਨ ਆਪਾਂ ਪੜਾਂਗੇ। और ना शैतान को अवसर दो, ना शैतान को अवसर दो। ते ना ही शैतान को कोई मौका दो। हाँ, आगे पढ़े। चोरी करने वाला फिर चोरी ना करे, वरन भले काम करने में अपने हाथों से परिश्रम करे, इसलिए कि जिससे प्रयोजन हो उसे देने को उसके पास कुछ हो। कोई गंदी बात तुम्हारे मुंह से ना निकले, पर आवश्यकता के अनुसार वही निकले जो उन्नति के लिए उत्तम हो, ताकि उससे सुनने वालों पर अनुग्रह हो। परमेश्वर के पवित्र आत्मा को शोकित मत करो, जिससे तुम पर छुटकारे के दिन के लिए छाप दी गई है। सब प्रकार की कड़वाहट और प्रकोप और क्रोध और कलह और निंदा और बैरबाप सब समेत तुम्हारे तुमसे दूर की जाए। ये सब आपको भावनाओं को अटैक करने वाला बातों है। ਇਹ ਸਾਰੀਆਂ ਗੱਲਾਂ ਜਿੰਨੀਆਂ ਵੀ ਆਪਾਂ ਇੱਥੇ ਪੜੀਆਂ ਨੇ ਉਹ ਸਾਰੀਆਂ ਤੁਹਾਡੀਆਂ ਭਾਵਨਾਵਾਂ ਦੇ ਉੱਤੇ ਹਮਲਾ ਕਰਨ ਵਾਲੀਆਂ क्योंकि ਗੱਲਾਂ आप ਨੇ। इस शरीर पर इस संसार में रहते हैं। ਕਿਉਂਕਿ ਇਸ ਦੇਹ ਦੇ ਨਾਲ ਅਸੀਂ ਇਸ ਦੁਨੀਆ 'ਚ ਵਸਦੇ ਹਾਂ। आप एक पारिवारिक जीवन बिता रहे ਤੁਸੀਂ हैं। ਇੱਕ ਟੱਬਰ ਦੇ ਨਾਲ आप ਜ਼ਿੰਦਗੀ एक ਗੁਜ਼ਾਰ ਰਹੇ समाज ਹੋ। में रहते ਤੁਸੀਂ ਇੱਕ हैं। ਸਮਾਜ 'ਚ ਵਸਦੇ आप ਹੋ। इस संसार में रहते ਤੁਸੀਂ ਦੁਨੀਆ हैं। 'ਚ ਵਸਦੇ ਹੋ। ये सारी बातों से आप बाहर नहीं जा सकते ਇਹ हैं। ਸਾਰੀਆਂ ਗੱਲਾਂ 'ਚੋਂ ਬਾਹਰ ਅਸੀਂ ਨਹੀਂ ਨਿਕਲ लेकिन ਸਕਦੇ। आपकी भावनाओं को, आपकी मन को, आपकी इच्छाओं को परमेश्वर के वचन के लिमिटेशन में आपने रखना, ये आपकी जिम्मेवारी है। ਪਰ ਤੁਸੀਂ ਆਪਦੇ ਮਨ ਨੂੰ, ਆਪਦੀਆਂ ਇੱਛਾਵਾਂ ਨੂੰ, ਆਪਦੀਆਂ ਭਾਵਨਾਵਾਂ ਨੂੰ ਪਰਮੇਸ਼ਰ ਦੇ ਵਚਨ ਦੇ ਉਸ ਹੱਦ ਦੇ ਵਿੱਚ ਰੱਖਣਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। पढ़ेंगे हम जो पुराना कहानी में जाएंगे, आप उत्पत्ति 3 का 1 से हम पढ़ेंगे, 1 से 7 तक पढ़ेंगे। ਉਤਪੱਤੀ ਦੀ ਕਿਤਾਬ ਉਹਦਾ 3 ਅਧਿਆਏ ਉਹਦਾ 1 ਤੋਂ 7 ਤੱਕ ਪੜਾਂਗੇ। यहोवा परमेश्वर ने जितने बनेले पशु बनाए थे उन सब में सर्वदूत था। उसने स्त्री से कहा, क्या सच है कि परमेश्वर ने कहा तुम इस वाटिका के किसी वृक्ष का फल ना खाना? स्त्री ने सर्प से कहा, इस वाटिका के वृक्ष के फल हम खा सकते हैं, पर जो वृक्ष वाटिका के बीच में है उसके फल के विषय में परमेश्वर ने कहा है कि ना तो उसको खाना और ना उसे छूना, नहीं तो मर जाओगे। तब सर्प ने स्त्री से कहा, तुम निश्चय ना मरोगे, पर परमेश्वर आप जानता है कि जिस दिन तुम उसका फल खाओगे उसी दिन तुम्हारी आंखें खुल जाएंगी और तुम भले और बुरे का ज्ञान पाकर परमेश्वर के तुल्य हो जाओगे। अतः जब स्त्री ने देखा कि उस वृक्ष का फल खाने में खाने के लिए अच्छा है और देखने में मन भाव और बुद्धि देने के लिए चाहने योग्य भी है, तब उसने उसे तोड़कर खाया और अपने पति को भी दिया। बस बस, परमेश्वर के नाम की स्तुति करो। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। ये स्त्री की जो अंदर की प्राण है उससे जुड़ा हुआ मन और इच्छा और भावनाओं के साथ शैतान उस समय हमला कर रहे थे। ਅਤੇ ਉਸ ਹਵਾ ਦੇ ਅੰਦਰ ਜਿਹੜਾ ਵਸਣ ਵਾਲੀ ਜਾਨ ਸੀ ਤੇ ਜਾਨ ਦੇ ਵਿੱਚ ਵਸਣ ਵਾਲੀਆਂ ਤਿੰਨ ਚੀਜ਼ਾਂ ਸੀ, ਉਹਦਾ ਮਨ, ਉਹਦੀਆਂ ਇੱਛਾਵਾਂ ਤੇ ਉਹਦੀਆਂ ਭਾਵਨਾਵਾਂ ਦੇ ਨਾਲ ਸ਼ੈਤਾਨ ਖੇਡ ਰਿਹਾ ਸੀ। वो देख लिया, ਉਹਨੇ ਦੇਖ ਲਿਆ, ਇੱਛਾ ਆਈ, इच्छा पैदा हो गया, ਇੱਛਾ ਪੈਦਾ ਹੋ ਗਈ, वो खाने के लिए अच्छा लग गया, ਉਹਨੂੰ ਖਾਣ ਦੇ ਵਿੱਚ ਸਵਾਦ ਲੱਗਿਆ, इच्छाओं को पैदा किया। ਉਹਦੀ ਇੱਛਾਵਾਂ ਨੂੰ ਉਹਨੇ ਵਧਾ ਦਿੱਤਾ। इसलिए वचन में यीशु मसीह ने कहा है हमारा दृष्टि को संभाले। ਇਸ ਕਰਕੇ ਯੀਸ਼ੂ ਮਸੀਹ ਨੇ ਵਚਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਤੁਸੀਂ ਆਪਣੀ ਨਿਗਾਹਾਂ ਨੂੰ ਅਸੀਂ ਸਾਂਭ ਕੇ ਰੱਖੀਏ। तुम स्त्रियों को देख सकते हैं, ਤੁਸੀਂ ਔਰਤਾਂ ਨੂੰ ਦੇਖ ਸਕਦੇ ਹੋ, गलत नजरिया से नहीं देखना है, ਪਰ ਤੁਸੀਂ ਗਲਤ ਨਿਗਾਹਾਂ ਨਾਲ ਨਹੀਂ ਦੇਖਣਾ ਹੈ। इच्छाओं को पैदा हो जाएगी, ਤੇ ਇੱਛਾਵਾਂ ਉਹਦੇ ਨਾਲ ਪੈਦਾ ਹੋ ਜਾਣਗੀਆਂ, शैतान के अवसर मिलेंगे। शैतान ਨੂੰ ਮੌਕਾ ਮਿਲੂਗਾ। इस तरह हर बातों में आपको वचन आपसे कहते हैं। ਇਸ ਕਰਕੇ ਹਰ ਗੱਲਾਂ ਦੇ ਵਿੱਚ ਵਚਨ ਤੁਹਾਨੂੰ ਇਹ ਗੱਲ ਕਹਿੰਦਾ ਹੈ। एक वो वचन पवित्र आत्मा
हमारे लिए लिख के दे चुका है। ਅਤੇ ਵਚਨ ਨੂੰ ਪਵਿੱਤਰ ਆਤਮਾ ਸਾਡੇ ਖਾਤਰ ਲਿਖ ਕੇ ਦੇ ਚੁੱਕਾ ਹੈ। इस वचन के अनुसार हम देखेंगे, बोलेंगे, सुनेंगे, खाएंगे, सोचेंगे, तब भी शैतान को हम अवसर नहीं देंगे। ਤੇ ਇਸ ਵਚਨ ਦੇ ਮੁਤਾਬਿਕ ਅਸੀਂ ਦੇਖਾਂਗੇ, ਸੋਚਾਂਗੇ, ਸਮਝਾਂਗੇ, ਚੱਲਾਂਗੇ, ਫਿਰਾਂਗੇ, ਸਾਰੇ ਕੰਮ ਕਰਾਂਗੇ, ਫਿਰ ਸ਼ੈਤਾਨ ਨੂੰ ਕੋਈ ਵੀ ਮੌਕਾ ਕਦੇ ਕਿਸੇ ਥਾਂ ਦੇ ਵਿੱਚ ਨਹੀਂ ਮਿਲੂਗਾ। नहीं तो हमने अन्य भाषा बोलेंगे, प्रार्थना करेंगे, उद्धार भी पाया, स्वर्ग में भी जाएंगे, लेकिन इस धरती में आप मार खाते खाते रहेंगे। ਨਹੀਂ ਤਾਂ ਅਸੀਂ ਇਸ ਥਾਂ ਦੇ ਵਿੱਚ ਬੈਠਾਂਗੇ, ਪ੍ਰਾਰਥਨਾ ਕਰਾਂਗੇ, ਗੈਰ ਜ਼ੁਬਾਨ ਬੋਲਾਂਗੇ, ਮੁਕਤੀ ਵੀ ਪਾਈ ਹੈ, ਸਵਰਗ ਵੀ ਜਾਵਾਂਗੇ, ਪਰ ਧਰਤੀ ਉੱਤੇ ਸਦਾ ਅਸੀਂ ਮਾਰ ਖਾਂਦੇ ਰਹਾਂਗੇ। शैतान हमेशा आपके मन को में खेलते रहेंगे, ਸ਼ੈਤਾਨ ਸਦਾ ਤੁਹਾਡੇ ਮਨ ਦੇ ਵਿੱਚ ਖੇਡਦਾ आपकी ਰਹੇਗਾ, भावनाओं में खेलते ਤੁਹਾਡੀਆਂ ਭਾਵਨਾਵਾਂ रहेंगे, ਨਾਲ ਖੇਡਦਾ ਰਹੇਗਾ, आपकी इच्छाओं में खेलते ਤੁਹਾਡੀਆਂ ਇੱਛਾਵਾਂ रहेंगे। ਨਾਲੋਂ ਖੇਡਦਾ ਰਹੇਗਾ। अब बहुत इस बातों में गंभीरता ਤੁਸੀਂ ਇਹਨਾਂ लेना ਗੱਲਾਂ है। 'ਚ ਬੜੇ ਗੰਭੀਰ ਰਹਿਣਾ ਹੈ। चाहे आपको ड्रेस लेना है, ਭਾਵੇਂ ਤੁਸੀਂ ਲੀੜੇ ਖਰੀਦਣੇ ਆ, कोई भी दुनिया को कोई भी चीज खरीदना ਦੁਨੀਆ ਦੀ है, ਕੋਈ ਵੀ ਚੀਜ਼ ਨੂੰ ਤੁਸੀਂ ਖਰੀਦਣਾ ਹੈ, तो आपने वो प्रभु के ओर से हो क्या मेरी ओर से हो, मैं करने जा रहे, इसको हमने परखना है। ਉਹ ਤੁਸੀਂ ਪਰਖ ਲੈਣਾ ਗਾ ਕਿ ਇਹ ਮੇਰੇ ਵੱਲੋਂ ਹੈ ਜਾਂ ਪਰਮੇਸ਼ਰ ਦੇ ਵੱਲੋਂ, ਇਹਨਾਂ ਗੱਲਾਂ ਨੂੰ ਵੀ ਪਰਖਣਾ ਹੈ। आपको फ्री है, आप ਤੁਸੀਂ ਬਹੁਤ ਹੀ ਆਜ਼ਾਦ आप ਹੋ आपकी इच्छाओं को पूरा करते हैं, प्रभु की गवाही के अनुसार भी कर सकते ਅਤੇ हैं। ਤੁਸੀਂ ਆਪਦੀ ਵੀ ਮਰਜ਼ੀ ਪੂਰੀ ਕਰ ਸਕਦੇ ਹੋ, ਪਰ ਪਰਮੇਸ਼ਰ ਦੀ ਮਰਜ਼ੀ ਦੇ ਮੁਤਾਬਿਕ ਵੀ ਤੁਸੀਂ ਪੂਰਾ ਕਰ ਸਕਦੇ ਹੋ। आप अभी ये ड्रेस लेना प्रभु का इच्छा है या मेरे शरीर मुझको बार बार इच्छा देते इसलिए मैं खरीद रही हूँ, ये दोनों में आपने समझना है। ਅਤੇ ਇਹ ਮੈਨੂੰ ਜੋ ਮੈਂ ਕੱਪੜੇ ਲੈਣੇ ਹੈਗੇ, ਇਹ ਕੀ ਇਹ ਪਰਮੇਸ਼ਰ ਦੀ ਇੱਛਾ ਹੈ ਜਾਂ ਮੇਰਾ ਮਨ ਮੈਨੂੰ ਕਹਿ ਰਿਹਾ ਜਾਂ ਮੇਰਾ ਦੇਹ ਮੈਨੂੰ ਇਸ ਗੱਲ ਦੇ ਵਿੱਚ ਆਗਰੇ ਕਰ ਰਿਹਾ ਕਿ ਹਾਂ ਤੂੰ ਇਸ ਚੀਜ਼ ਨੂੰ ਲੈ ਲਾ, ਅਤੇ ਕੀ ਇਹਨਾਂ ਦੋਵਾਂ ਦੇ ਵਿੱਚ ਪਰਖ ਕਰਨਾ ਕਿ ਇਹ ਮੇਰੇ ਵੱਲੋਂ ਹੈ ਜਾਂ ਪਰਮੇਸ਼ਰ ਦੀ ਵੱਲੋਂ ਹੈ। मेरी इच्छाओं को ਮੇਰੀਆਂ ਮਰਜ਼ੀਆਂ ਨੂੰ प्रभु के वचन के अनुसार नहीं तो ਪਰਮੇਸ਼ਰ ਦੀ ਵਚਨ ਦੇ ਮੁਤਾਬਿਕ ਨਹੀਂ वचन के शीशक के सामने ਤਾਂ ਵਚਨ ਦੇ ਉਸ ਆਇਨੇ ਸਾਹਮਣੇ अपने आप को खड़े करना ਆਪਦੇ है, ਆਪ ਨੂੰ ਖੜੇ ਕਰਨਾ ਹੈ, वचन से पूछना है, वचन ਨੂੰ ਪੁੱਛਣਾ मैं ਹੈ, अभी जो करने जा रही मैं है ਹੁਣ ਜੋ ਕਰਨ ਜਾ ये ਰਿਹਾ वचन के अनुसार है ਇਹ कि वचन ਦੇ नहीं। ਮੁਤਾबिक है कि नहीं। वचन हर बातों में हमें डिसिप्लिन अनुशासन के जीवन देते हैं। ਵਚਨ ਹਰ ਗੱਲਾਂ ਦੇ ਵਿੱਚ ਸਾਨੂੰ ਅਨੁਸ਼ਾਸਨ ਸਿਖਾਉਂਦਾ ਹੈ। एक मसीह की जीवन एक अच्छी जिंदगी के जीवन है, ਮਸੀਹੀ ਜ਼ਿੰਦਗੀ ਇੱਕ ਵਧੀਆ ਜ਼ਿੰਦਗੀ ਦੀ एक ਜ਼ਿੰਦਗੀ अच्छी ਹੈ, इंसानी जीवन है, ਇੱਕ ਚੰਗੇ ਇਨਸਾਨੀਅਤ ਦੀ ਜ਼ਿੰਦਗੀ अच्छे ਹੈ, एक पारिवारिक जीवन ਚੰਗੇ है, ਇੱਕ ਟੱਬਰ ਦੀ ਜ਼ਿੰਦਗੀ ਹੈ, अच्छे एक व्यक्तित्व का जीवन ਚੰਗੇ है। ਇੱਕ ਵਿਅਕਤੀਗਤ ਦੀ ਜ਼ਿੰਦਗੀ ये ਹੈ। सब वचन हमें समझाते ਇਹ हैं। ਸਾਰੀਆਂ ਗੱਲਾਂ ਵਚਨ ਸਾਨੂੰ ਸਿਖਾਉਂਦਾ इस ਹੈ। वचन के अनुसार चलने के खिलाफ आप जो कुछ करते हो, शैतान आपके द्वारा प्रभु का नाम को बदनामी कराने ਅਤੇ चाहते ਇਸ हैं। ਵਚਨ ਦੇ ਮੁਤਾਬਿਕ ਜੋ ਵੀ ਤੁਸੀਂ ਕਰਦੇ ਹੋਗੇ ਤੇ ਸ਼ੈਤਾਨ ਇਹਨਾਂ ਗੱਲਾਂ ਤੋਂ ਪੁੱਠਾ ਕਰਵਾ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਅਤੇ ਤੁਹਾਡੇ ਉੱਤੇ ਇਲਜ਼ਾਮ ਲਾਉਣ ਨੂੰ ਫਿਰਦਾ ਹੈ। आपके घर में कोई आया, ਤੁਹਾਡੇ ਘਰੇ ਕੋਈ ਆਇਆ, हमें ये भी परखना है वो प्रभु की इच्छा के अनुसार आयो, वो व्यक्ति खुद इच्छा के ਤੇ अनुसार आयो। ਤੁਸੀਂ ਇਹ ਵੀ ਪਰਖਣਾ ਹੈ ਕਿ ਉਹ ਪਰਮੇਸ਼ਰ ਦੀ ਮਰਜ਼ੀ ਦੇ ਮੁਤਾਬਿਕ ਆਇਆ ਜਾਂ ਉਹ ਆਪਣੀ ਖੁਦ ਦੀ ਇੱਛਾ ਦੇ ਨਾਲ ਆਇਆ। आप किसी के घर जा रहे ਤੁਸੀਂ हो, ਕਿਸੇ ਦੇ ਘਰੇ वो ਚੱਲੇ ਹੋ प्रभु की इच्छा के अनुसार क्या आप अपनी इच्छा के अनुसार जा रहे ਕਿ हो। ਉਹ ਪਰਮੇਸ਼ਰ ਦੀ ਮਰਜ਼ੀ ਦੇ ਮੁਤਾਬਿਕ ਹੈ ਜਾਂ ਫਿਰ ਤੁਸੀਂ ਆਪਦੀ ਮਰਜ਼ੀ ਦੇ ਮੁਤਾਬਿਕ ਜਾ ਰਹੇ कोई ਹੋ। भी काम, ਕੋਈ ਵੀ ਕੰਮ, कोई भी विचार, ਕੋਈ ਵੀ ਖਿਆਲ, कोई भी भावनात्मक बात, ਕੋਈ भी ਭਾਵਨਾਤਮਕ यदि ਗੱਲਾਂ प्रभु की इच्छा के अनुसार है कि नहीं, ਪ੍ਰਭੂ ਦੀ ਮਰਜ਼ੀ ਮੁਤਾਬਿਕ ਇਹ ਹੈ ਕਿ ਨਹੀਂ। इसमें हमें एक वर्ड हमेशा इस्तेमाल ਇਹਦੇ करते ਵਿੱਚ हैं। ਹਮੇਸ਼ਾ ਇੱਕ ਸ਼ਬਦ ਨੂੰ ਵਰਤੋਂ ਕਰਨਾ अभी ਹੈ। मैं शरीर में या आत्माओं में हूँ, ਹੁਣ ਮੈਂ ਦੇਹ ਦੇ ਵਿੱਚ ਆ ਜਾਂ ਰੂਹ ਦੇ ਵਿੱਚ कोई भी कदम उठाने के ਕੋਈ ਵੀ समय ਕਦਮ ਚੱਕਣ ਤੋਂ ਪਹਿਲਾਂ आपने एक सोचने पड़ेगा, ਤੁਸੀਂ ਇੱਕ ਸੋਚ ਨੂੰ अभी ਹਮੇਸ਼ਾ मैं ਯਾਦ शरीर ਰੱਖਿਓ। में हूँ या आत्माओं में ਹੁਣ हूँ। ਮੈਂ ਦੇਹ ਦੇ ਵਿੱਚ ਆ ਕਿ ਰੂਹ ਦੇ ਵਿੱਚ ਆ। लेकिन ये थोड़ी सी प्रैक्टिकली मुश्किल की बात है। ਪਰ ਇਹ ਗੱਲਾਂ ਨੂੰ ਆਪਦੀ ਜ਼ਿੰਦਗੀ 'ਚ ਵਿਅਕਤੀਗਤ ਆਪਣੀ ਜ਼ਿੰਦਗੀ 'ਚ ਰਿਹਰਸਲ ਕਰਨਾ ਜਾਂ ਪ੍ਰੈਕਟੀਕਲੀ ਕਰਨਾ ਬਹੁਤ ਔਖੀ ਕੰਮ ਹੈ। एकदम हमें गुस्सा आते हैं। ਇੱਕੋ ਦਮ ਅਸੀਂ ਗੁੱਸੇ 'ਚ ਆ ਜਾਂਦੇ मैंने ਹਾਂ। कल भी ये बोला था, ਕੱਲ ਵੀ ਇਹ ਗੱਲ ਦੱਸੀ ਸੀ, गुस्सा आएगा तो लेकिन पाप मत करना है। ਗੁੱਸਾ ਤਾਂ ਆਊਗਾ ਪਰ ਤੁਸੀਂ ਪਾਪ ਨਹੀਂ करना ਗੁੱਸੇ 'ਚ। गुस्सा से तुमने खत्म नहीं उठाना, ਗੁੱਸੇ ਦੇ ਵਿੱਚ ਤੁਸੀਂ ਕਦਮ ਨਹੀਂ ਚੱਕਣਾ, तुरंत सोचना है तो ਉਸੇ ਵੇਲੇ ਸੋਚਣਾ अभी ਹੈ मैं शरीर पे हूँ, ਹੁਣ ਮੈਂ ਦੇਹ 'ਚ ਆ, अभी मैं गलती हो जाएंगी मेरे से, ਹੁਣ ਮੇਰੇ ਤੋਂ गलती हो जाऊगी, मेरे से गलती हो सकता ਹੁਣ है, ਮੇਰੇ ਤੋਂ गलती हो सकती मैं है, शरीर पर मैं हूँ, देह 'ਚ ਆ, सोना नहीं कोई बैठ के, ਕਿਸੇ ਨੇ ਵੀ ਸੌਣਾ ਨਹੀਂ ਬਹਿ ਕੇ, अभी मैं शरीर पर हूँ, ਹੁਣ ਮੈਂ ਦੇਹ ਦੇ ਵਿੱਚ ਆ, इसलिए मैं अभी कुछ नहीं बोलना ਇਸ है, ਕਰਕੇ ਹੁਣ ਮੈਂ ਕੁਝ ਵੀ ਨਹੀਂ ਕਹਿਣਾ, अभी मैंने कहीं जाना नहीं ਹੁਣ है, ਮੈਂ ਕਿਤੇ ਜਾਣਾ ਵੀ अभी ਨਹੀਂ, मैंने कोई कदम उठाना ਹੁਣ नहीं ਮੈਂ है, ਇਹ ਕਦਮ ਵੀ ਨਹੀਂ ਚੱਕਣਾ, अभी मैं आत्माओं में नहीं ਹੁਣ हूँ, ਮੈਂ ਰੂਹ ਦੇ ਵਿੱਚ ਨਹੀਂ अभी ਆ, मैं शरीर पर हूँ, ਹੁਣ ਮੈਂ ਦੇਹ ਦੇ ਵਿੱਚ मैं ਆ, अभी मैं अपनी माइंड से सोच रही हूँ, ਹੁਣ ਮੈਂ ਆਪਦੇ ਦਿਮਾਗ ਨਾਲ ਸੋਚ अभी ਰਿਹਾ, मेरे भावना मेरे इमोशन बहुत ज्यादा
बहुत ज़्यादा समस्या में है, अभी मैं वो कोई कदम नहीं उठा ਅਤੇ सकते ਇਸ हैं। ਵੇਲੇ ਦੇ ਵਿੱਚ ਮੇਰੀਆਂ ਜਿਹੜੀਆਂ ਭਾਵਨਾਵਾਂ ਨੇ, ਮੇਰੇ ਜਿਹੜੇ ਇਮੋਸ਼ਨ ਨੇ ਬਹੁਤ ਜ਼ਿਆਦਾ ਮੁਸ਼ਕਿਲਾਂ ਦੇ ਵਿੱਚ ਨੇ, ਬਹੁਤ ਜ਼ਿਆਦਾ ਵੱਧ ਚੁੱਕੇ ਨੇ, ਇਸ ਕਰਕੇ ਮੈਂ ਕੋਈ ਵੀ ਕਦਮ ਨਹੀਂ ਚੱਕਣਾ ਹੈ। शैतान को अवसर ना दो, ਸ਼ੈਤਾਨ ਨੂੰ ਕਦੇ ਮੌਕਾ ਨਾ ਦਿਓ, शैतान को अवसर ना ਸ਼ੈਤਾਨ ਨੂੰ दो। ਕਦੇ ਮੌਕਾ ਨਾ ਦਿਓ। वो आपको मन में खेल के आपको परेशानी ਉਹ कराएंगे, ਤੁਹਾਡੇ ਮਨ ਨਾਲ ਖੇਡੇਗਾ ਤੇ ਤੁਹਾਨੂੰ ਦੁਖੀ ਕਰੇਗਾ। आपके अंदर अजीब से दुख डाल के, गुस्सा दिला के, इमोशनल करा के, आपकी नहीं तो आपकी इच्छाओं पर खेल के क्या करने जा रहे हैं। ਅਤੇ ਤੁਹਾਡੇ ਅੰਦਰ ਅਜੀਬ ਜਿਹੇ ਖਿਆਲ ਪਾ ਕੇ, ਤੁਹਾਡੀਆਂ ਭਾਵਨਾਵਾਂ ਨਾਲ ਖੇਡ ਕੇ ਜਾਂ ਤੁਹਾਡੀਆਂ ਇੱਛਾਵਾਂ ਨਾਲ ਖੇਡ ਕੇ ਉਹ ਕਰਨ ਕੀ ਜਾ ਰਿਹਾ ਹੈ। फिर आपको गिल्टी फील हो जाएंगे, ਫਿਰ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਤੇ ਦੁੱਖ ਹੋਊਗਾ। ऐसे क्यों बोला था, ਉਹ ਇਦਾਂ ਕਿਉਂ ਕੀਤਾ ऐसे ਸੀ? क्यों सोचा था, ਏਦਾਂ ਕਿਉਂ ਸੋਚਿਆ ऐसे ਸੀ? क्यों किया ਏਦਾਂ था। ਕਿਉਂ ਕੀਤਾ ਸੀ? ये शैतानी के, ਇਹ ਸ਼ੈਤਾਨਿਕ ਹੈ। इसलिए बोल रहे हैं शैतान को अवसर ना दो। ਇਸ ਕਰਕੇ ਕਿਹਾ ਜਾਂਦਾ ਕਿ ਸ਼ੈਤਾਨ ਨੂੰ ਮੌਕਾ ਨਾ ਬਖਸ਼ੋ। परमेश्वर के जन इस पर मार खाते हैं। ਪਰਮੇਸ਼ਰ ਦੇ ਲੋਕ ਇੱਥੇ ਠੇਡਾ ਖਾਂਦੇ ਨੇ। हमें पता है पिछले दिनों में कलीसिया के अंदर ही लोग किस तरह कार्य करते थे। ਅਤੇ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਸੰਗਤ ਦੇ ਵਿੱਚ ਲੋਕਾਂ ਨੇ ਕਿੱਦਾਂ ਦੇ ਕੰਮ ਕੀਤੇ ਨੇ। छोटी छोटी बातों में बोलेंगे मैं चर्च छोड़ रही हूँ, ਨਿੱਕੀ ਨਿੱਕੀ ਗੱਲਾਂ ਤੇ ਕਹਿਣਗੇ ਕਿ ਅਸੀਂ ਕਲੀਸਿया ਛੱਡਣੀ मैं ਹੈ, चर्च छोड़ रही हूँ। ਅਸੀਂ ਕਲੀਸਿया ਛੱਡ ਦਿਆਂਗੇ। उनको पता नहीं था उसके इमोशनल में, उसकी माइंड में, उसकी इच्छाओं के ऊपर शैतान अटैक कर रहे थे। ਅਤੇ ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਸੀਗਾ ਕਿ ਉਹਨਾਂ ਦੀਆਂ ਭਾਵਨਾਵਾਂ ਦੇ ਉੱਤੇ, ਉਹਨਾਂ ਦੀਆਂ ਇੱਛਾਵਾਂ ਦੇ ਉੱਤੇ ਜਾਂ ਉਹਨਾਂ ਦੇ ਮਨ ਦੇ ਉੱਤੇ ਸ਼ੈਤਾਨ ਆਪਦਾ ਕਾਬੂ ਲੈ ਰਿਹਾ, ਆਪਦੀਆਂ ਹੱਲਾ ਬੋਲ ਰਿਹਾ ਹੈ। अब भी मैं सहन नहीं सकता है, ਹੁਣ ਮੇਰੇ ਤੋਂ ਸਹਿ ਨਹੀਂ ਹੁੰਦਾ, वो मेरे सहने से बाहर हो ਹੁਣ ਮੇਰੇ चुका है। ਸਮਝ ਤੋਂ ਬਾਹਰ, ਸਹਿਣ ਤੋਂ ਬਾਹਰ ਹੋ ਗਿਆ, मैं जा रही हूँ। ਬਸ ਮੈਂ ਚੱਲਿਆ। ये हम शरीर के मन में अपने भावनाओं के कारण, हम ऐसे एक प्राणी होने के कारण हमसे हो रहे ਤੇ हैं। ਆਪਾਂ ਦੇਹ ਦੇ ਵਿੱਚ ਰਹਿੰਦੇ ਹੋਏ ਸਾਡੇ ਅੰਦਰ ਦੇ ਮਨ ਦੇ ਕਰਕੇ ਤੇ ਸਾਡੀ ਇੱਛਾਵਾਂ ਦੇ ਕਰਕੇ, ਸਾਡੀਆਂ ਭਾਵਨਾਵਾਂ ਦੇ ਕਰਕੇ ਤੇ ਅਸੀਂ ਇੱਕ ਸਰੀਰਕ ਪ੍ਰਾਣੀ ਹੋਣ ਕਰਕੇ ਸਾਰੀਆਂ ਗੱਲਾਂ ਸਾਡੀ ਜ਼ਿੰਦਗੀ 'ਚ ਹੁੰਦੀਆਂ ਨੇ। तुरंत एक छोटा सा विचार डालना है, ਫਿਰ ਇੱਕ ਨਿੱਕਾ ਜਿਹਾ ਤੁਸੀਂ ਵਿਚਾਰ ਖਿਆਲ ਆਪਦੇ ਦਿਮਾਗ 'ਚ अभी ਲੈ ਕੇ ਆਉਣਾ। आत्माओं में हो। ਤੁਸੀਂ ਰੂਹ ਦੇ ਵਿੱਚ, अभी मैं मेरी शरीर और मेरी मन मुझे कहते को क्या मैं आत्मा में हो। ਤੇ ਖਿਆਲ ਇਹ ਪਾਣਾ ਗਾ ਕਿ ਹੁਣ ਮੈਂ ਰੂਹ ਦੇ ਵਿੱਚ ਆ ਜਾਂ ਮੇਰਾ ਮਨ ਜਾਂ ਮੇਰਾ ਸਰੀਰ ਜਾਂ ਫਿਰ ਮੇਰੀਆਂ ਭਾਵਨਾਵਾਂ, ਇੱਛਾਵਾਂ ਜਾਂ ਮੇਰਾ ਮਨ ਮੈਨੂੰ ਇਹ ਗੱਲਾਂ तुरंत ਕਹਿ ਰਹੀਆਂ। पवित्र आत्मा आपको हेल्प करना शुरू हो जाए। ਪਵਿੱਤਰ ਆਤਮਾ ਉਸ ਵੇਲੇ ਤੁਹਾਡੀ ਮਦਦ ਕਰੇਗਾ। पवित्र आत्मा आपको बोलेंगे ਪਾਖਰੂ ਤੁਹਾਨੂੰ ਕਹੇਗਾ गुस्सा ना हो जाओ, ਗੁੱਸੇ ਨਹੀਂ ਹੋਣਾ, परेशान ना हो जाओ, ਪਰੇਸ਼ਾਨ ਨਹੀਂ ਹੋਣਾ, मैं सब कुछ करेंगे, ਸਭ ਕੁਝ ਮੈਂ ਕਰੂੰਗਾ, सब कुछ ठंडा हो जाए, सब कुछ ठंडा हो सब कुछ जाएगा। सही हो जाए, ਸਭ ਕੁਝ ਠੀਕ ਹੋ तुम ਜਾਏਗਾ, टेंशन नहीं लेना, ਤੁਸੀਂ ਫਿਕਰ ਨਾ सब ਕਰੋ, कुछ सही हो जाए, ਸਾਰਾ ਕੁਝ ਠੀਕ ਹੋ हम ਜਾਏਗਾ, शांत हो जाएंगे। ਅਸੀਂ ਬੜੇ ਸ਼ਾਂਤ ਹੋ ਜਾਵਾਂਗੇ। 1 मिनट में हम कुछ भी फट जाएंगे, 1 मिनट में पवित्र आत्मा के द्वारा हम ठंडा भी हो ਤੇ सकते हैं। 1 ਮਿੰਟ ਦੇ ਵਿੱਚ ਅਸੀਂ ਜਵਾਲਾਮੁਖੀ ਬਣ ਜਾਵਾਂਗੇ ਜਾਂ 1 ਮਿੰਟ ਦੇ ਵਿੱਚ ਪਾਖਰੂ ਦੁਆਰਾ ਅਸੀਂ ਬੜੇ ਠੰਡੇ ਹੋ ਜਾਵਾਂਗੇ। छोटी छोटी अवसर को शैतान कितनी ज्यादा इस्तेमाल करते ਤੇ हैं। ਨਿੱਕੇ ਨਿੱਕੇ ਮੌਕੇ ਨੂੰ ਵੀ ਸ਼ੈਤਾਨ ਕਿੰਨੇ ਵਧੀਆ ਤਰੀਕੇ ਨਾਲ ਵਰਤਦਾ ਆ। बहुत दुखी की बात है, ਬੜੇ ਦੁੱਖ ਦੀ ਗੱਲ ਹੈ। शैतान को मौका ना दो। ਸ਼ੈਤਾਨ ਨੂੰ ਮੌਕਾ ਨਾ ਦਿਓ। आपकी इच्छाओं के ऊपर आपने लगाम लगाना है। ਤੁਹਾਡੀਆਂ ਇੱਛਾਵਾਂ ਦੇ ਉੱਤੇ ਤੁਸੀਂ ਖੁਦ ਲਗਾਮ ਲਾਉਣੀ ਹੈ। पिछला हमारा टोनी ने ये प्रचार किया था, ਪ੍ਰਾਟੋਨੀ ਨੇ ਇਹ ਉਪਦੇਸ਼ ਦਿੱਤਾ लगाम लगाने के बारे में। ਲਗਾਮ ਲਾਉਣ ਬਾਰੇ। आपकी इच्छाओं पर लगाम लगाना ਤੁਹਾਡੀ है। ਇੱਛਾਵਾਂ ਉੱਤੇ ਲਗਾਮ ਲਗਾਓ लगाम वचन है, ਅਤੇ ਲਗਾਮ ਜਿਹੜੀ ਆ ਉਹ ਬਾਣੀ ਹੈ वचन से इच्छाओं के ऊपर लगाम लगा ਤੇ लो। ਬਾਣੀ ਦੇ ਮੁਤਾਬਿਕ ਆਪਦੀਆਂ ਇੱਛਾਵਾਂ ਦੇ ਉੱਤੇ ਲਗਾਮ ਲਗਾ ਲਓ। वचन आपके हाथों में रहे। ਬਾਣੀ ਤੁਹਾਡੇ ਹੱਥਾਂ ਵਿੱਚ ਰਹੇ। जब ये शैतान माइंड के ऊपर अटैक करते हैं, तुरंत वचन भी माइंड में डाल दो। ਅਤੇ ਜਦੋਂ ਹੀ ਸ਼ੈਤਾਨ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਵੀ ਗੱਲ ਨੂੰ ਜਾਂ ਤੁਹਾਡੇ ਮਨ ਦੇ ਵਿੱਚ ਇੱਕ ਹਮਲਾ ਕਰ ਦਿੰਦਾ ਹੈ, ਉਸ ਵੇਲੇ ਤੁਹਾਡੇ ਵੱਲੋਂ ਪਵਿੱਤਰ ਆਤਮਾ ਦੇ ਵੱਲੋਂ ਇੱਕ ਖਿਆਲ ਤੁਸੀਂ ਵੀ ਉਸ ਦਿਮਾਗ ਦੇ ਵਿੱਚ ਪਾ ਲਓ। और वचन हमें इतनी हेल्प कर सकते हैं, हो सकता है उसी दिन सुबह आपको वचन पवित्र आत्मा ने दिया, उस विषय के बारे में भविष्यवाणी के रूप में बोलेंगे, तुझे आज गिराने के शैतान कोशिश कर रहे हैं, तुम ध्यान में रखो। ਤੇ ਵਚਨ ਸਾਡੀ ਬਹੁਤ ਮਦਦ ਕਰ ਸਕਦਾ। ਹੋ ਸਕਦਾ ਕਿ ਤੁਸੀਂ ਸਵੇਰੇ ਵਚਨ ਨੂੰ ਜੋ ਪੜ੍ਹ ਰਹੇ ਸੀ, ਉਸੇ ਵਚਨ ਨੇ ਤੁਹਾਨੂੰ ਉਹ ਗੱਲ ਸਿਖਾਈ ਹੈਗੀ ਕਿ ਹਾਂ ਇੱਕ ਭਵਿਸ਼ਵਾਣੀ ਦੀ ਤਰ੍ਹਾਂ ਹੈ, ਤੂੰ ਇਸ ਵਚਨ ਦੇ ਮੁਤਾਬਿਕ ਆਪਣੀ ਜ਼ਿੰਦਗੀ ਗੁਜ਼ਾਰੀ ਤੇ ਇਸ ਵਚਨ ਨੂੰ ਆਪਦੇ ਦਿਮਾਗ ਦੇ ਵਿੱਚ ਰੱਖੀ ਤਾਂ ਕਿ ਤੂੰ ਜਿੱਤ ਜਾਵੇਂ। शैतान को चोट पहुंचा सकता ਸ਼ੈਤਾਨ है, ਤੁਹਾਡੇ ਸੱਟ ਮਾਰ ਸਕਦਾ तुझे ਹੈ, बदनामी करा सकता ਤੁਹਾਨੂੰ है, ਅਬੇਇੱਜ਼ਤ ਕਰ तुझे ਸਕਦਾ दिल है, को दुखी कराता ਤੁਹਾਡੇ ਦਿਲ ਨੂੰ है, ਦੁਖੀ ਕਰ दूसरे ਸਕਦਾ को है, बोलियों से तेरे को चोट पहुंचा सकता ਦੂਜਿਆਂ ਦੀ है, ਬੋਲਬਾਣੀ ਦੁਆਰਾ ਤੁਹਾਡੇ ਦਿਲ ਨੂੰ ਦੁਖੀ ਕਰ तुझे ਸਕਦਾ ਹੈ, परेशानी करा सकता ਤੁਹਾਨੂੰ है, ਦੁਖੀ ਕਰ ਸਕਦਾ ਹੈ, तुमको रुला सकता है। ਤੈਨੂੰ ਰਵਾ ਵੀ ये ਸਕਦਾ सब ਹੈ। वचन से आपसे बोलेंगे। ਇਹ ਸਾਰੀਆਂ ਗੱਲਾਂ ਵਚਨ ਦੁਆਰਾ ਤੁਹਾਨੂੰ ਆਖੇ आप प्रार्थना ਦੱਸਣੀਆਂ। में बैठते पवित्र आत्मा को टचिंग होता, तब भी पवित्र आत्मा आपको दर्शन देंगे, आपको प्रकाशन देंगे, आपका प्रेरणा देंगे,
आज के दिन के बारे में। ਅਤੇ ਤੁਸੀਂ ਵਚਨ ਪ੍ਰਾਰਥਨਾ ਦੇ ਵਿੱਚ ਬੈਠੇ ਵਚਨ ਨੂੰ ਪੜਨ ਬੈਠੇ ਤਾਂ ਪਵਿੱਤਰ ਆਤਮਾ ਤੁਹਾਨੂੰ ਉਹਨਾਂ ਗੱਲਾਂ ਦੇ ਵਿੱਚ ਤੁਹਾਨੂੰ ਪਹਿਲਾਂ ਹੀ ਸਿੱਖਿਆ ਦੇਗਾ, ਤੁਹਾਨੂੰ ਸਮਝਾ ਦੇਗਾ, ਤੁਹਾਨੂੰ ਸਮਝਾ ਕੇ ਤੁਹਾਨੂੰ ਤਿਆਰ ਕਰ ਦੇਗਾ ਤਾਂ ਕਿ ਤੁਸੀਂ ਜਿੱਤ ਜਾਓ। पवित्र आत्मा पूरा हेल्प करने के लिए तैयार है। ਪਾਖਰੂ ਪੂਰੀ ਤਰ੍ਹਾਂ ਤੁਹਾਡੇ ਮਦਦਗਾਰ ਬਣ ਲਈ ਤਿਆਰ शैतान ਹੈ। को अवसर ना दो, ਸ਼ੈਤਾਨ ਨੂੰ ਮੌਕਾ ਨਾ ਬਖਸ਼ੋ, पवित्र आत्मा को अवसर ਪਰ दो। ਪਾਖਰੂ ਨੂੰ ਮੌਕਾ ਦਿਓ। एक ही आंसर है, ਇੱਕੋ ਹੀ ਉੱਤਰ ਹੈ। वचन को अवसर दो, ਬਾਣੀ ਨੂੰ ਮਤਲਬ ਦਿਓ, पवित्र आत्मा को अवसर दो। ਪਵਿੱਤਰ ਆਤਮਾ ਨੂੰ ਮੌਕਾ आपके ਦਿਓ। मन के ऊपर आप लगम लगा दो, ਤੁਹਾਡੇ ਮਨ ਦੇ ਉੱਤੇ ਤੁਸੀਂ ਲਗਾਮ ਲਾ ਲਓ, आपकी इच्छाओं के ऊपर लगम ਤੁਹਾਡੀ लगा दो, ਇੱਛਾਵਾਂ ਦੇ ਉੱਤੇ ਲਗਾਮ ਲਾ आपकी ਲਓ, भावनाओं के ऊपर लगम ਤੁਹਾਡੀਆਂ लगा दो। ਭਾਵਨਾਵਾਂ ਉੱਤੇ ਲਗਾਮ ਲਗਾਓ। आप तभी परमेश्वर को अवसर ਫਿਰ देने ਤੁਸੀਂ वाले बन ਪਰਮੇਸ਼ਰ ਦੇ जाए। ਸਾਹਮਣੇ ਖੜਨ ਵਾਲੇ ਹੋ ਜਾਓਗੇ। शैतान को कभी भी अवसर ना दो ਸ਼ੈਤਾਨ ਨੂੰ ਕਦੇ ਮੌਕਾ ਨਾ और ਦਿਓ, उनको सामने करो। ਉਹਦਾ ਟੱਕਰਾ ਕਰੋ। आपके मन के ऊपर जब समस्या आ जाते है, तुरंत आपने उस समस्या से बाहर आना है। ਅਤੇ ਤੁਹਾਡੇ ਮਨ ਦੇ ਵਿੱਚ ਜਦੋਂ ਵੀ ਕੋਈ ਮੁਸ਼ਕਲ ਖੜੀ ਹੋ ਜਾਂਦੀ ਹੈ ਤਾਂ ਉਸੇ ਵੇਲੇ ਤੁਸੀਂ ਪਵਿੱਤਰ ਆਤਮਾ ਦੀ ਮਦਦ ਦੇ ਨਾਲ ਉਸ ਮੁਸ਼ਕਲਾਂ ਚੋਂ ਉਸ ਦਿਮਾਗ ਦੇ ਵਿੱਚੋਂ ਬਾਹਰ ਨਿਕਲਣਾ ਹੈ। कभी कभी हमारे दिमाग में इतने बोझ आते हैं, हम दूसरा कोई बात सोचने भी नहीं सकते हैं। ਅਤੇ ਕਦੇ ਕਦੇ ਸਾਡੀ ਜ਼ਿੰਦਗੀ 'ਚ ਇੰਨਾ ਬੋਝ ਸਾਡੇ ਦਿਮਾਗ ਦੇ ਵਿੱਚ ਆ ਜਾਂਦਾ ਕਿ ਉਹ ਦੂਜੀਆਂ ਗੱਲਾਂ ਵੱਲ ਧਿਆਨ ਹੀ ਨਹੀਂ ਜਾਂਦਾ, ਦੂਜੀ ਗੱਲ ਸੋਚ ਹੀ ਨਹੀਂ ਪਾਉਂਦੇ, बिल्कुल नहीं ध्यान दे पा रहे। ਬਿਲਕੁਲ ਵੀ ਧਿਆਨ ਨਹੀਂ ਦੇ ਪਾ और ਰਹੇ। सोचेंगे दिमाग तो सुनो सुनो हो चुका है, ਸੋਚਾਂਗੇ ਦਿਮਾਗ ਤਾਂ ਸੁੰਨ ਜਾ ਹੋਇਆ ਪਿਆ, कुछ नहीं पता लगता है, ਕੁਝ ਨਹੀਂ ਬਦਲੇ ਪੈ क्या ਰਿਹਾ, चल रहा है कुछ नहीं पता ਕੀ लगता, ਚੱਲ ਰਿਹਾ ਕੁਝ ਨਹੀਂ ਪਤਾ, बिल्कुल खराब हो चुका है। ਬਿਲਕੁਲ ਇਹ ਖਰਾਬ ਹੀ हम ਹੋ ऐसे ਚੁੱਕਾ ਹੈ। कहते हैं, ਇਦਾਂ ਅਸੀਂ ਆਖਦੇ ਹਾਂ, इस तरह तंग करेंगे, ਇਦਾਂ ਉਹ ਦੁਖੀ ਕਰੇਗਾ, इस तरह दुखी कराएंगे। ਇਦਾਂ ਉਹ ਦੁਖੀ ਕਰੇਗਾ। ये एक शैतान की युक्तियों को ਅਤੇ है। ਸ਼ੈਤਾਨ ਦੀ ਇੱਕ ਅਭਿਆਉਤਾ ਹੈ। इसलिए बार बार परमेश्वर ये कहते हैं, ਇਸ ਕਰਕੇ ਵਾਰ-ਵਾਰ ਪਰਮੇਸ਼ਰ ਇਹ ਗੱਲ शैतान ਕਹਿੰਦਾ की ਹੈ कोई युक्ति तुझ पर चलने ना दे, ਅਤੇ ਸ਼ੈਤਾਨ ਦੀ ਕੋਈ ਵੀ ਵਿਉਂਤ ਤੁਹਾਡੇ ਤੇ ਪੂਰੀ ਨਾ ਹੋਣ ਦਿਓ। शैतान तुझे हराना नहीं, ਸ਼ੈਤਾਨ ਨੇ ਤੁਹਾਨੂੰ ਹਰਾਉਣਾ ਨਹੀਂ, शैतान तुझे परेशानी नहीं करा ਸ਼ੈਤਾਨ रहा, ਨੇ ਤੁਹਾਨੂੰ ਦੁਖੀ ਨਹੀਂ ਕਰਨਾ, क्योंकि तेरे आत्मा का साथ तो कुछ नहीं कर सकते ਕਿਉਂਕਿ ਤੁਹਾਡੀ हैं। ਰੂਹ ਨਾਲ ਉਹ ਕੁਝ ਵੀ ਨਹੀਂ ਛੇੜਖਾਨੀ ਕਰ वो ਸਕਦਾ। उद्धार पाया हुआ है, ਤੁਸੀਂ ਮੁਕਤੀ ਪਾਈ वो ਹੋਈ ਹੈ, नई सृष्टि है, ਉਹ ਇੱਕ ਨਵੀਂ ਰਚਨਾ परेशान ਹੈ, कर सकते हैं आपका शरीर ਦੁਖੀ पर, ਕਰ ਸਕਦਾ ਤੁਹਾਡੀ ਦੇਹ, बीमारी डालेंगे, ਰੋਗ ਪਾਊਗਾ, निराशा डालेंगे, ਨਿਰਾਸ਼ਾ ਪਾਊਗਾ, गुस्सा दिलाएंगे, गुस्सा चढ़ाऊगा, शरीर के इच्छे दिलाएंगे, ਦਿਲ ਦੀਆਂ ਲਾਲਸਾਵਾਂ ਉਠਾਏਗਾ, बहुत सारी बातों को प्रति लालची ਬਹੁਤ कराएंगे, ਸਾਰੀਆਂ ਗੱਲਾਂ ਦੇ ਪ੍ਰਤੀ ਲਾਲਚ ਨੂੰ ਪੈਦਾ ਕਰੇਗਾ पाप कराने के लिए पूरा आपको जोर ਤੇ लगाएंगे। ਪਾਪ ਕਰਾਉਣ ਵਾਸਤੇ ਪੂਰਾ ਜ਼ੋਰ ਲਾ ਦੇਗਾ। तब भी आप वचन के लगम लगा दे, ਤਾਂ ਤੁਸੀਂ ਉਸ ਵੇਲੇ ਵਚਨ ਦੇ ਉੱਤੇ ਲਗਾਮ ਲਾਓ, परमेश्वर के वचन का आप अपने आप को सबमिट करो, शैतान को सामने करो, वो तुम्हें छोड़ के भाग जाएंगे। ਤੇ ਪਰਮੇਸ਼ਰ ਦੇ ਵਚਨ ਦੇ ਸਾਹਮਣੇ ਤੁਸੀਂ ਆਪਦੇ ਆਪ ਨੂੰ ਦੀਏ ਦਿਓ ਅਤੇ ਆਪਦੇ ਆਪ ਨੂੰ ਨੀਵਾਂ ਬਣਾ ਦਿਓ ਤਾਂ ਸ਼ੈਤਾਨ ਦਾ ਟਾਕਰਾ ਕਰੋ, ਤੁਹਾਨੂੰ ਛੱਡ ਕੇ ਭੱਜ ਨਿਕਲੇਗਾ। बहुत बड़ी योजना के साथ एदन वाटिका में बेचारे हव्वा के पास आए थे, वो शैतान उनकी भावनाओं में, उसकी इच्छाओं में, उसके मन में खेलकर कितनी बड़ा धोखा कर दिया था। ਅਤੇ ਬਹੁਤ ਵੱਡੀ ਇੱਕ ਵਿਉਂਤ ਬਣਾ ਕੇ ਸ਼ੈਤਾਨ ਅਦਨ ਦੇ ਬਗੀਚੇ ਦੇ ਵਿੱਚ ਹਵਾ ਦੇ ਕੋਲ ਆਇਆ ਸੀ। ਉਸ ਹਵਾ ਦੇ ਮਨ ਦੇ ਨਾਲ ਖੇਡ ਕੇ, ਉਸ ਹਵਾ ਦੀਆਂ ਇੱਛਾਵਾਂ ਦੇ ਨਾਲ, ਉਹਦੀਆਂ ਭਾਵਨਾਵਾਂ ਨਾਲ ਖੇਡ ਕੇ, ਉਹਦੇ ਸਾਰੀਆਂ ਗੱਲਾਂ ਦੇ ਨਾਲ ਖੇਡਣ ਤੋਂ ਬਾਅਦ ਸ਼ੈਤਾਨ ਨੇ ਆਪਣੀ ਯੁਕਤੀ ਨੂੰ ਸਫਲ ਕਰ ਦਿੱਤਾ ਅਤੇ ਉਹਨਾਂ ਨੂੰ ਪਾਪੀ ਠਹਿਰਾ ਕੇ ਕਿੱਡੀ ਗਲਤੀ ਕਰਵਾਈ ਹੈ। इसलिए आज मानव जाति में समस्या है। ਇਸ ਕਰਕੇ ਮਨੁੱਖ ਕੌਮ ਦੀ ਪੂਰੀ ਦੁਖੀ ਹੈ। लेकिन जब मेरी आत्माओं में मैं नई सृष्टि बन गया था, ਪਰ ਜਦੋਂ ਮੈਂ ਆਪਦੀ ਰੂਹ ਦੇ ਵਿੱਚ, ਆਪਦੇ ਮਨ ਦੇ ਵਿੱਚ ਇੱਕ ਨਵੀਂ ਰਚਨਾ वो मैं ਬਣਿਆ, मसीह की आजादी में चलने ਮੈਂ लग ਮਸੀਹ ਦੀ गया, ਆਜ਼ਾਦੀ ਚੱਲਣ ਲੱਗਿਆ, मसीह मेरी अंदर जीवित मसीह मेरे अंदर रहता जिਉਂदा है। परमेश्वर के नाम की प्रभु स्तुति के नाम दी बढ़ाई हो। होवे। तो जैसे एदन वाटिका में सारे वातावरण को सही करके शैतान को जो मौका, शैतान अपना मौका देके हव्वा के पास आए थे, इस तरह प्रभु यीशु मसीह के पास भी आए थे। ਅਤੇ ਜਿੱਦਾਂ ਸ਼ੈਤਾਨ ਅਦਨ ਦੇ ਬਗੀਚੇ ਵਿੱਚ ਹਵਾ ਦੇ ਕੋਲੇ ਜੋ ਇੱਕ ਵਿਉਂਤ ਬਣਾ ਕੇ ਜਾਂ ਪੂਰਾ ਇੱਕ ਪਲੈਨਿੰਗ ਦੇ ਨਾਲ ਆਇਆ ਸੀ, ਉਸੇ ਤਰ੍ਹਾਂ ਯੀਸ਼ੂ ਮਸੀਹ ਦੇ ਕੋਲ ਵੀ ਸ਼ੈਤਾਨ ਪਹੁੰਚਿਆ ਸੀ। पढ़ेंगे लूका का सुसमाचार ਆਪਾਂ ਵਚਨ ਨੂੰ ਪੜਾਂਗੇ, 4वां अध्याय ਲੂਕਾ ਦੀ ਅੰਜੀਲ ਉਹਦਾ 4 ਅਧਿਆਇ 1 से हम पढ़ेंगे। ਉਹਦਾ 1 वचन तो। फिर यीशु पवित्र आत्मा से भरा हुआ यरदन से लौटा और 40 दिन तक आत्मा के सिखाने से जंगल में फिरता रहा और शैतान उसकी परीक्षा करता रहा। उन दिनों में उसने कुछ ना खाया और जब वह दिन पूरे हो गए तो उसे भूख लगी। यीशु मसीह बपतिस्मा लेके कहाँ जा रहे हैं? यीशु मसीह बपतिस्मा लेके किथे जा रहा? जंगल में वीराने च आत्मा उसको सिखाने के लिए, जरूर ਉਹਨੂੰ ਸਿਖਲਾਈ ਦੇਣ ਦੇ ਲਈ, उनके सेवदाई के प्रति, ਉਹਦੀ ਸੇਵਾ ਵਾਸਤੇ, कुर्बानी के प्रति, कुर्बानी वास्ते, दफनाने के प्रति, दफन प्रति, पुनरुत्थान के प्रति, जी उठण बारे, स्वर्गारोहण के प्रति, स्वर्ग जाण बारे, उसके प्रति जो यीशु मसीह इस दुनिया में स्वर्ग से पिता ने क्यों योजना के साथ भेजा था, वो सारे योजना पवित्र आत्मा उसको सिखा रहे हैं। ਅਤੇ ਯੀਸ਼ੂ ਮਸੀਹ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਵਿਉਂਤ ਦੇ ਨਾਲ ਬਾਪ ਨੇ ਯੀਸ਼ੂ ਮਸੀਹ ਨੂੰ ਭੇਜਿਆ ਸੀ,
ਉਹ ਸਾਰੀਆਂ ਗੱਲਾਂ ਦੇ ਵਾਸਤੇ, ਉਹ ਸਾਰੇ ਜਿਹੜੇ ਵਿਉਂਤ ਪੂਰੀ ਕਰਨ ਵਾਸਤੇ, ਉਹ ਸਾਰੇ ਜਿਹੜੇ ਪਰਮੇਸ਼ਰ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਸਤੇ ਪਰਮੇਸ਼ਰ ਦਾ ਪਵਿੱਤਰ ਆਤਮਾ ਯੀਸ਼ੂ ਮਸੀਹ ਨੂੰ ਸਿੱਖਿਆ ਦੇ ਰਿਹਾ ਸੀ। तो वो जंगल में परमेश्वर के आत्मा और यीशु के अंदर के आत्मा एक ही होके चल रहा है। ਅਤੇ ਉਹ ਵੀਰਾਨੇ ਦੇ ਵਿੱਚ ਜਾਂ ਜੰਗਲ ਦੇ ਵਿੱਚ ਯੀਸ਼ੂ ਮਸੀਹ ਦਾ ਆਤਮਾ ਤੇ ਪਰਮੇਸ਼ਰ ਦਾ ਰੂਹ ਦੋਵੇਂ ਇੱਕ ਬਣ ਕੇ ਚੱਲ ਰਹੀ ਸੀ। तभी शैतान के हमला हो रहे हैं। ਫਿਰ ਸ਼ੈਤਾਨ ਦਾ ਇੱਕ ਹੱਲਾ ਹੋ ਰਿਹਾ ਹੈ। पढ़ेंगे अभी। ਹੁਣ ਉਸ ਵਚਨ ਨੂੰ ਆਪਾਂ ਪੜਾਂਗੇ। तब शैतान ने उससे आकर कहा, यदि तू परमेश्वर का पुत्र है तो इससे इस पत्थर से कह कि ये रोटी बन जाए। यीशु ने उत्तर दिया, लिखा है मनुष्य केवल रोटी ही से जीवित ना रहेगा। पर शैतान उसे और ले गया और उसे पल भर में जगत के सारे राज्य दिखाए। आमीन। एक बहुत बड़ी उदाहरण है, एक बहुत बड़ी एक उदाहरण है, क्योंकि परमेश्वर है, क्योंकि यीशु परमेश्वर है। पूरा परमेश्वर और पूर्ण मनुष्य भी ਤੇ है। ਜਦੋਂ ਯੀਸ਼ੂ ਇਸ ਧਰਤੀ ਉੱਤੇ ਸੀ ਤਾਂ ਪੂਰੇ ਮਨੁੱਖ ਵੀ ਸੀ ਤੇ ਪੂਰੇ ਪਰਮੇਸ਼ਵਰ ਵੀ ਸੀ। शैतान से पूछ सकते थे, ਸ਼ੈਤਾਨ ਨੂੰ ਪੁੱਛ ਸਕਦਾ ਸੀ, तुझे पता है मैं कौन हूँ? ਤੈਨੂੰ ਪਤਾ ਮੈਂ ਕੌਣ ਹਾਂ? मैं रोटी बना सकती हूँ, मैं रोटी बना मैं सकता, कुछ भी कर सकती हूँ, मैं कुछ भी कर तुझे सकता, क्या काम है? ਤੂੰ ਕੀ ਦਾਣੇ ਲੈਣੇ? ऐसे कुछ नहीं पूछा। ऐसा कुछ नहीं पूछा। यीशु ने वचन ले लिया। यीशु ने वचन लिया। यीशु ने वचन से बोला। यीशु ने वचन चो क्या वचन कहा था? की कहा? इंसान मनुष्य केवल रोटी से जीवित ना रहेगा, हाँ, और परमेश्वर से मुख से निकलने वाला सारे वचन से जीवित रहते हैं। सॉरी, हाँ ठीक है। तो परमेश्वर के वचन उधर यीशु ने इस्तेमाल कर ਅਤੇ रहे हैं। ਪਰਮੇਸ਼ਰ ਦੇ ਵਚਨ ਨੂੰ ਯੀਸ਼ੂ ਮਸੀਹ ਨੇ ਉੱਥੇ ਵਰਤ ਲਿਆ। तो हमारा परीक्षा का समय पर भी हमारा जीवन में अलग अलग बात हमारा मन में, हमारे इच्छाओं में, हमारा भावना में जब अटैक करते, हमने वचन इस्तेमाल करना है। ਅਤੇ ਜਦੋਂ ਵੀ ਸਾਡੀ ਪਰਖ ਚੱਲਦੀ ਹੈ ਜਾਂ ਸਾਡੀ ਪ੍ਰੀਖਿਆ ਦਾ ਵੇਲਾ ਚੱਲਦਾ, ਉਸ ਵੇਲੇ ਸਾਡੇ ਮਨ ਦੇ ਵਿੱਚ, ਸਾਡੀਆਂ ਭਾਵਨਾਵਾਂ ਦੇ ਵਿੱਚ, ਸਾਡੀਆਂ ਇੱਛਾਵਾਂ ਦੇ ਉੱਤੇ ਜਦੋਂ ਸ਼ੈਤਾਨ ਹਮਲਾ ਬੋਲਦਾ, ਉਸ ਵੇਲੇ ਅਸੀਂ ਵਚਨ ਦੀ ਮਦਦ ਲੈਣੀ, ਵਚਨ ਨੂੰ ਮਹਿਸੂਸ ਕਰਨਾ, ਵਚਨ ਨੂੰ ਬੋਲਣਾ ਹੈ। तो हम है तो क्या करेंगे? ਜੇ ਅਸੀਂ ਹੁੰਦੇ ਕੀ ਕਰਦੇ? खास लेडीज ਖਾਸ ਕਰਕੇ ਔਰਤਾਂ बहुत घबराएंगी। ਬੜੇ ਘਬਰਾ ਜਾਂਦੀਆਂ। ये तो रोटी तो मैं बना सकते हैं, ਰੋਟੀ ਤਾਂ ਮੈਂ ਬਣਾ ਸਕਦੀ ਹਾਂ, भूख भी लग रहे हैं, ਭੁੱਖ ਵੀ ਤਾਂ ਲੱਗੀ क्या ਹੈ, करेंगे? ਕੀ ਕਰਾਂਗੇ? क्या करेंगे? ਕੀ ਕਰਾਂਗੇ? क्या करेंगे? ਕੀ ਕਰਾਂਗੇ? बहुत परेशानी हो ਬੜੇ जाएंगे। ਦੁਖੀ ਹੋ ਜਾਣਗੇ। आप कितनी कमजोर हो, आपके अंदर के यीशु और ये भाइयों के अंदर के यीशु में कोई फर्क नहीं है। ਤੇ ਤੁਸੀਂ ਇੰਨੇ ਕਮਜ਼ੋਰ ਕਿਉਂ ਹੋ? ਕਿਉਂਕਿ ਤੁਹਾਡੇ ਅੰਦਰ ਜਿਹੜਾ ਯੀਸ਼ੂ ਵੱਜਦਾ ਤੇ ਭਰਾਵਾਂ 'ਚ ਜਿਹੜੇ ਯੀਸ਼ੂ ਵੱਜਦਾ ਉਹਦੇ 'ਚ ਕੋਈ ਅੰਤਰ ਨਹੀਂ, ਉਹ ਸੇਮ ਹੀ ਹੈ। यीशु शैतान को मुंह तोड़ के जवाब दिया, ਯੀਸ਼ੂ ਨੇ ਸ਼ੈਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ। वचन में इतनी सामर्थ्य है, ਬਾਣੀ 'ਚ ਇੰਨੀ ਸ਼ਕਤੀ ਹੈ, मैं वचन से जीवित रहते ਮੈਂ हैं। ਵਚਨ ਦੁਆਰਾ ਜਿਉਂਦਾ ਰਹਿੰਦਾ। मतलब आत्मा सिखाते रहते थे, ਮਤਲਬ ਪਰਮੇਸ਼ਰ ਦਾ ਰੂਹ ਨੂੰ ਸਿਖਾ ਰਿਹਾ ਸੀ। आत्मा वचन से सिखाते रहते थे। ਵਚਨ ਦੇ ਬਾਰੇ ਪਵਿੱਤਰ ਆਤਮਾ ਉਹਨਾਂ ਨੂੰ ਸਿਖਾਉਂਦੇ ਰਹਿੰਦੇ ਸੀ। पवित्र आत्मा रेमा शब्द यीशु को देते रहते थे। ਪਾਗਰੂ ਰੇਮਾ ਸ਼ਬਦ ਯੀਸ਼ੂ ਨੂੰ ਦਿੰਦਾ ਰਹਿੰਦਾ ਸੀ। यीशु उस पर बहुत बल में थे, ਯੀਸ਼ੂ ਉਸ ਵੇਲੇ ਬੜੀ ਤਾਕਤ ਦੇ ਵਿੱਚ ਸੀ, शरीर में कमजोर में थे। ਦੇਹ ਦੇ ਵਿੱਚ ਜ਼ਰੂਰ ਕਮਜ਼ੋਰ उपवास ਸੀ। और प्रार्थना में ਵਰਤ ਪ੍ਰਾਰਥਨਾ 'ਚ वचन आप सुन रहे हो, ਵਚਨ ਨੂੰ ਜੋ ਤੁਸੀਂ ਸੁਣ ਰਹੇ ਹੋ, आप प्रभु का आवाज सुन रहे ਤੁਸੀਂ हो, ਪਰਮੇਸ਼ਰ ਦੀ ਆਵਾਜ਼ ਸੁਣ ਰਹੇ ਹੋ, आप दर्शन को सुन रहे ਤੁਸੀਂ हो। ਦਰਸ਼ਨ ਸੁਣ ਰਹੇ ਹੋ। आप अपने आप को कभी भी कमजोर नहीं समझना ਤੁਸੀਂ है। ਆਪਦੇ ਆਪ ਨੂੰ ਕਦੇ ਕਮਜ਼ੋਰ ਨਿਰਬਲ ਨਹੀਂ ਸਮਝਣਾ ਹੈ। आप उपवास कभी भी कमजोर का समय नहीं है। ਤੇ ਵਰਤ ਰੱਖਣਾ ਦਾ ਕੋਈ ਕਮਜ਼ੋਰੀ ਦਾ ਵੇਲਾ ਨਹੀਂ ਹੈ। यदि आप मन से सोचा ਜੇ ਤੁਸੀਂ ਮਨ 'ਚ ਸੋਚ ਹੀ मैं ਲਿਆ उपवास नहीं रह सकते हैं, मैं कमजोर हूँ, ਮੈਂ ਵਰਤ ਨਹੀਂ ਰੱਖ ਸਕਦਾ ਕਿਉਂਕਿ ਮੈਂ ਕਮਜ਼ੋਰ ਹਾਂ, फिर आप कमजोर ही रहेंगे। ਫਿਰ ਤੁਸੀਂ ਕਮਜ਼ੋਰ ਨਿਰਬਲ ਰਹੋਗੇ। आप ऐसे सोचेंगे मुझे बहुत सारी काम है, मैं उपवास नहीं रख सकते हैं, तो फिर आप उपवास रख नहीं पाएंगे। ਤੇ ਜੇ ਤੁਸੀਂ ਇਹ ਸੋਚੋਗੇ ਕਿ ਮੇਰੇ ਕੋਲੇ ਤਾਂ ਬਹੁਤ ਸਾਰੇ ਕੰਮ ਹੈ, ਬਹੁਤ ਜ਼ਿਆਦਾ ਮੈਂ ਵਿਅਸਤ ਰਹਿਣਾਗਾ, ਇਸ ਕਰਕੇ ਮੇਰੇ ਤੋਂ ਵਰਤ ਨਹੀਂ ਰੱਖੇ ਜਾਂਦੇ, ਤਾਂ ਤੁਸੀਂ ਕਦੇ ਵਰਤ ਨਹੀਂ ਰੱਖ ਪਾਓਗੇ। आपको इच्छाओं को फ्री है, ਤੁਹਾਡੀਆਂ ਇੱਛਾਵਾਂ ਨੇ ਜਿਹੜੀਆਂ ਉਹ ਤੁਹਾਡੇ आपका ਲਈ माइंड ਆਜ਼ਾਦ भी ਨੇ, फ्री है, ਤੁਹਾਡਾ ਦਿਮਾਗ ਵੀ ਬਿਲਕੁਲ आपका ਆਜ਼ਾਦ चॉइस ਹੈ, भी फ्री है, ਤੁਹਾਡੀਆਂ ਚੁਣਾਵਟ ਵੀ ਫ੍ਰੀ ਹੈ। आप उपवास भी रख सकते ਤੁਸੀਂ ਵੀ हैं, ਵਰਤ ਰੱਖ ਵੀ ਸਕਦੇ ਹੋ, उपवास के बिना भी आ सकता ਤੁਸੀਂ है, ਬਿਨਾਂ ਉਪਵਾਸ ਰੱਖਿਆ लेकिन ਸਕਦੇ ਹੋ, आपकी विल है ਪਰ ਤੁਹਾਡੀ ਇੱਛਾ ਹੈ रखने की नहीं। ਰੱਖਣਾ ਕਿ ਨਹੀਂ, आप रख सकते हैं, ਤੁਸੀਂ ਰੱਖ ਵੀ ਸਕਦੇ क्योंकि ਹੋ, प्रभु का वचन बार बार इधर दे रहे ਕਿਉਂਕਿ हैं। ਪ੍ਰਭੂ ਦੇ ਵਚਨ ਤੇ ਬਾਰ-ਬਾਰ ਇੱਥੇ ਕਿਹਾ यीशु ਗਿਆ ਹੈ। कहते हैं उपवास में मैं उस जीवित वचन से जीवित रह सकते हैं। ਅਤੇ ਵਰਤ ਦੇ ਵਿੱਚ ਆਪ ਹੁੰਦਾ ਹੋਇਆ ਯੀਸ਼ੂ ਉਸ ਥਾਂ ਦੇ ਵਿੱਚ ਕਹਿੰਦਾ ਕਿ ਹਰ ਇੱਕ ਵਾਕ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਮਨੁੱਖ ਜਿਉਂਦਾ ਰਹਿ ਸਕਦਾ आप ਹੈ। वचन से जीवित रह सकते ਤੁਸੀਂ हैं, ਵਚਨ ਨਾਲ ਜਿਉਂਦੇ ਵੀ ਰਹਿ ਸਕਦੇ लेकिन ਹੋ, वचन इधर सुनते वक्त आप सोएगा तो नहीं जिएंगे। ਪਰ ਜੇ ਵਚਨ ਇੱਥੇ ਸੁਣੀ ਜਾਂਦੇ ਹੋ ਤੁਸੀਂ, ਪਰ ਤੁਸੀਂ ਸੁੱਤੇ ਪਏ ਹੋ ਤਾਂ ਫਿਰ ਤੁਸੀਂ ਜਿਉਂਦੇ ਨਹੀਂ ਰਹਿ ਸਕਦੇ। आप उधर सो
के जाएंगे, ਫਿਰ ਤੁਸੀਂ ਸੌਂਦੇ ਜਾਓਗੇ ਤੇ ਸੌ घर ਕੇ पे ਇੱਥੇ जाके ਚਲੇ खाना ਜਾਓਗੇ, खाएंगे, फिर बेड में आराम से सोएंगे, ਘਰੇ ਜਾਓਗੇ ਖਾਣਾ ਖਾ ਕੇ ਫਿਰ ਦੁਬਾਰੇ ਸੌ ਜਾਓਗੇ, क्योंकि आप इधर ही सो रहे थे। ਕਿਉਂਕਿ ਪਹਿਲੇ ਤੁਸੀਂ ਇੱਥੇ ਸੁੱਤੇ ਪਏ आपका ਸੀ, कुछ भी समझ नहीं ਤੁਹਾਡੇ आया। ਕੁਝ ਵੀ ਪੱਲੇ ਨਹੀਂ ਪਿਆ। आप ये सोचा था 12 बज जाएंगे, सिस्टर खत्म करेंगे, हम भाग ਤੇ जाएंगे। ਤੁਸੀਂ ਸੋਚਿਆ ਸੀਗਾ ਜਦੋਂ ਹੀ 12 ਵੱਜਣਗੇ ਭੈਣ ਜੀ ਖਤਮ ਕਰ ਦੇਣਗੇ ਅਸੀਂ ਘਰੇ ਜਾਵਾਂਗੇ। वचन से जीवित रखना मतलब आपकी माइंड में, आपकी भावनाओं में, आपकी इच्छाओं में सब प्रभु की वचन के सामर्थ्य लगातार आप सुनना, आपके जीवन में वो लेके आना, वो वचन के सामर्थ्य आपके आत्माओं में बल पाना है। ਤੇ ਵਚਨ ਦੇ ਨਾਲ ਜਿਉਂਦੇ ਰਹਿਣ ਦਾ ਮਤਲਬ ਇਹ ਹੈ ਕਿ ਲਗਾਤਾਰ ਤੁਸੀਂ ਵਚਨ ਨੂੰ ਸੁਣਨਾ ਹੈ, ਉਸ ਨੂੰ ਗ੍ਰਹਿਣ ਕਰਨਾ, ਉਸ ਦੇ ਮੁਤਾਬਿਕ ਚੱਲਣਾ ਹੈ ਅਤੇ ਵਚਨ ਦੇ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਬੋਲਦੇ ਰਹਿਣਾ, ਸਮਝਦੇ ਰਹਿਣਾ ਤੇ ਚਲਾਉਂਦੇ ਰਹਿਣਾ ਹੈ। ਫਿਰ ਤੁਸੀਂ ਰੂਹ ਦੇ ਵਿੱਚ ਇੱਕ ਨਵੀਂ ਸਾਮਰਥ, ਇੱਕ ਨਵੀਂ ਸਮਰੱਥਾ ਨੂੰ ਪਾਓਗੇ ਤੇ ਤੁਸੀਂ ਜਿੱਤ ਜਾਓਗੇ। लगातार हम वचन सुन रहे हैं, ਲਗਾਤਾਰ ਤੁਸੀਂ ਵਚਨ ਸੁਣ ਰਹੇ ਹੋ, सुबह 2 बार आप वचन सुनते ਸਵੇਰੇ हैं, 2 ਵਾਰੀ ਵਚਨ ਸੁਣਦੇ ਹੋ, शाम को वचन सुनते ਆਥਣੇ हैं। ਵਚਨ ਸੁਣਦੇ ਹੋ, इससे कम हो जाए, इससे हो जाएगी, ਕਿ ਚਲੋ ਇਹਦੇ ਨਾਲ ਚੱਲ ਜਾਏਗਾ, हो जाएगी ਚੱਲ संतोष। ਜੂਗਾ ਇਹਦੇ ਨਾਲ। चलो वो चर्च में चल रहे, फिर घर में जाके क्या प्रार्थना करना है? ਚਲੋ ਠੀਕ ਹੈ, ਵਰਤ ਦਾ ਚਰਚ ਦੇ ਵਿੱਚ ਚੱਲ ਰਿਹਾ, ਪ੍ਰਾਰਥਨਾ ਕਰਕੇ ਆਏ, ਘਰੇ ਜਾ इतनी ਕੇ प्रार्थना करके तो इधर से जा रहे ਕਿੰਨੀ हैं, ਦੁਆ ਕਰਕੇ ਤਾਂ ਇੱਥੋਂ ਚੱਲੇ घर में क्या करना? ਘਰੇ ਕੀ ਦੁਆ थोड़ा ਕਰਨੀ, टाइम मिलेगा तो मोबाइल में खेलेंगे, ਥੋੜਾ ਟਾਈਮ ਮਿਲੂਗਾ ਤਾਂ तो ਮੋਬਾਈਲ फ्री ਨਾਲ टाइम तो चाहिए हमें। ਫ੍ਰੀ ਵੇਲਾ ਤਾਂ ਚਾਹੀਦਾ ਹੀ ਹੈ। आप सुबह जो जाते हैं ना, खाली करके शाम को इधर आते तो हैं। तुसी मैं बड़ी से- दुखे के साथ तो बोल रही हूँ, ਸਵੇਰੇ ਤੁਸੀਂ ਜਿਹੜਾ ਇੱਥੋਂ ਭਰ ਕੇ ਜਾਂਦੇ ਹੋ, ਆਥਣੇ ਤੁਸੀਂ ਵਿਹਲੇ ਹੋ ਕੇ ਆਉਂਦੇ ਹੋ, क्योंकि आपको माइंड में सारे मोबाइल की कितनी अलग अलग बातों को माइंड में दे दिया, फिर आप इधर आके आत्मा में क्या पाएंगे? ਅਤੇ ਤੁਸੀਂ ਮੋਬਾਈਲ ਦੀਆਂ ਕਿੰਨੀਆਂ ਗੱਲਾਂ ਆਪਦੇ ਦਿਮਾਗ ਦੇ ਵਿੱਚ ਲੈ ਲਈਆਂ, ਫਿਰ ਤੁਸੀਂ ਰੂਹ ਦੇ ਵਿੱਚ ਆ ਕੇ ਕੀ ਗੱਲਾਂ ਕਰੋਗੇ। आत्माओं में आप रहते हो, उपवास में रहते हो, कुछ प्रभु का दास लोग उपवास में अपने कमरे से भी नहीं निकलते हैं। ਅਤੇ ਤੁਸੀਂ ਰੂਹ ਦੇ ਵਿੱਚ ਰਹਿੰਦੇ ਹੋ, ਆਤਮਾ ਦੇ ਵਿੱਚ ਰਹਿੰਦੇ ਹੋ। ਕਈ ਪ੍ਰਭੂ ਦੇ ਦਾਸ ਇਦਾਂ ਦੇ ਵੀ ਨੇ ਜਿਹੜੇ ਵਰਤ ਰੱਖਦੇ ਆ, ਆਪਦੇ ਕਮਰੇ ਚੋਂ ਬਾਹਰ ਨਹੀਂ ਨਿਕਲਦੇ। यीशु जंगल में उपवास किया, ਯਿਸੂ ਨੇ ਜੰਗਲੀ ਥਾਵਾਂ 'ਚ ਵਰਤ मतलब ਰੱਖੇ, आसपास कोई भी नहीं ਮਤਲਬ है, ਆਸੇ-ਪਾਸੇ ਕੋਈ ਵੀ ਨਹੀਂ ਹੈ, उसकी उपवास को डिस्टर्बेंस कभी नहीं है। ਤੇ ਉਹਦੇ ਵਰਤ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਸੀ। अच्छी परोठा बना कर रखे, इसको स्मेल आ रहे, आपको उपवास रखना कितनी मुश्किल पड़ेगी। ਅਤੇ ਚੰਗੇ ਘਰੇ ਪਰੌਂਠੇ ਬਣੀ ਜਾਂਦੇ ਤੇ ਤੁਹਾਨੂੰ ਉਹਨਾਂ ਦੀ ਵਧੀਆ ਖੁਸ਼ਬੂ ਆ ਰਹੀ, ਕਿ ਤੁਸੀਂ ਵਰਤ ਰੱਖਣਾ ਤੁਹਾਨੂੰ ਵਧੀਆ ਲੱਗੇਗਾ। आपके अंदर के, आपके मन, आपके शरीर कहेंगे बहुत भूख लग रहा है, कल उपवास ਤੁਹਾਡਾ रखें। ਮਨ ਕਹੇਗਾ, ਤੁਹਾਡਾ ਸਰੀਰ ਕਹੇਗਾ ਕਿ ਬੜੀ ਭੁੱਖ ਲੱਗੀ ਹੈ, ਖਾ ਲਾ, ਕੋਈ ਗੱਲ ਨਹੀਂ, ਕੱਲ ਰੱਖ ਲਾਂਗੇ। उपवास में आप एक जंगल के अंदर ही जाने पड़ेगा, ਤੇ ਵਰਤ ਦੇ ਵਿੱਚ ਤੁਹਾਨੂੰ ਇੱਕ ਜੰਗਲੀ ਥਾਵਾਂ 'ਚ ਜਾਣਾ ਪਏਗਾ। आपके आसपास कुछ भी नहीं चल ਤੁਹਾਡੇ रहा, ਆਸੇ-ਪਾਸੇ ਕੁਝ ਵੀ ਨਾ ਚੱਲੇ, कुछ भी नहीं चल रहा ਕੁਝ है, ਵੀ ਨਾ कोई ਚੱਲੇ, भी खाना मेरे सामने ਕੋਈ नहीं ਵੀ है, ਖਾਣ ਪੀਣ ਦੀ ਵਸਤੂ ਮੇਰੇ ਸਾਹਮਣੇ ਨਾ ਆਵੇ, कोई भी इच्छा वो नहीं है, ਕੋਈ ਵੀ ਇੱਛਾ कोई भी इच्छा नहीं है, कोई भी मर्जी समझ नहीं है। गया ना? ਸਮਝ ਆਈ ਨਾ, कोई भी इच्छा नहीं है, ਕੋਈ ਵੀ ਮਰਜ਼ੀ मैं ਤੁਹਾਡੀ एक ਨਹੀਂ ਹੈ। जंगल में हूँ, ਮੈਂ ਇੱਕ ਜੰਗਲ 'ਚ उधर ਹਾਂ। सिर्फ पवित्र आत्मा के ਉੱਥੇ साथ ਸਿਰਫ है। ਪਾਖਰੂ ਹੈ, पवित्र आत्मा मुझे सिखाए जाते ਪਾਖਰੂ हैं, ਮੈਨੂੰ ਸਿਖਾਉਂਦਾ, फिर फास्टिंग प्रेयर फायदा हो जाए। ਫਿਰ ਵਰਤ ਪ੍ਰਾਰਥਨਾ ਦਾ नहीं तो ਕੋਈ ਫਾਇਦਾ 21 40 21 40 चलते रहेंगे, मैं उधर ही रहेंगे। ਨਹੀਂ ਤਾਂ 21 ਚੱਲਣਗੇ, 40 ਚੱਲਣਗੇ, 21 ਚੱਲਣਗੇ, 40 ਚੱਲਣਗੇ, ਪਰ ਮੈਂ ਉੱਥੇ ਦਾ ਉੱਥੇ ਆ। किसकी गलती है? ਕਿਹਦੀ ਗਲਤੀ ਹੈ? जिम्मेवारी आपका है। ਜ਼ਿੰਮੇਵਾਰੀ ਤੁਹਾਡੀ ਹੈ। 21 दिन के बाद शैतान आकर टक्कर खाएगी, बोलेंगे दुष्टात्मा आ गया। ਤੇ ਜੇ 21 ਦਿਨਾਂ ਬਾਅਦ ਜੇ ਸ਼ੈਤਾਨ ਹੱਲਾ ਬੋਲੂਗਾ ਤਾਂ ਫਿਰ ਕਹਿਣਗੇ ਲਓ ਜੀ ਭੂਤ ਆ ਗਿਆ। बहुत दुखी की बात है, ਬੜੇ ਦੁੱਖ ਦੀ ਗੱਲ ਹੈ, आपके अंदर कुछ भी नहीं गया था, ਤੁਹਾਡੇ ਅੰਦਰ ਕੁਝ ਵੀ ਨਹੀਂ ਗਿਆ ਸੀ। एक बार कंधे में दर्द डाल दिया, भाग के आएंगे, दुष्टात्मा आ गया। ਇੱਕ ਵਾਰੀ ਥੋੜੀ ਜਿਹੀ ਮੁਸ਼ਕਿਲ ਆ ਗਈ, ਭੱਜ ਕੇ ਆਵਾਂਗੇ, ਚਲੋ ਜੀ ਬਦਰੂ ਆ ਗਈ। 21 दिन के आराधना के बाद सीधे जाके दारू पिया, 21 ਦਿਨਾਂ ਦੀ ਆਰਾਧਨਾ ਕਰਨ ਤੋਂ ਬਾਅਦ ਸਿੱਧਾ ਜਾ ਕੇ दारू ਪੀਤੀ, गलत काम में फंस गया। ਪੁੱਠੇ ਕੰਮਾਂ 'ਚ ਫਸ ਗਏ। क्योंकि 21 दिन में आप बाहर आराधना चला, अन्य भाषा किया, आपके अंदर जो वचन है वो लेके आने वाले दिन आप लगम लगाए नहीं थे। ਕਿਉਂਕਿ 21 ਦਿਨਾਂ ਦੇ ਵਿੱਚ ਤੁਸੀਂ ਜਿਹੜੀ ਬਾਹਰ ਚੱਲਣ ਵਾਲੀ ਆਰਾਧਨਾ ਕੀਤੀ ਹੈਗੀ, ਪਰ ਤੁਹਾਡੇ ਅੰਦਰ ਵਚਨ ਨਹੀਂ ਪਹੁੰਚਿਆ ਤੇ ਤੁਸੀਂ ਜਿਹੜੇ ਅੰਦਰ ਲਗਾਮ ਲਗਾਉਣੀ ਸੀ ਉਹ ਲਾਈ ਨਹੀਂ ਹੈ। कल भी हमने ये बोला था, ਕੱਲ ਵੀ ਅਸੀਂ ਇਹੀ ਗੱਲ ਆਖੀ, शरीर आत्मा को उद्धार पाया, ਰੂਹ ਨੇ ਤਾਂ ਮੁਕਤੀ ਪਾਈ ਹੈ, लेकिन मन वही है, ਪਰ ਮਨ ਪੁਰਾਣਾ ਹੀ ਹੈ, मन इच्छा वो वही है। ਇੱਛਾਵਾਂ ਉਹੀ ਨੇ। वो बोलेंगे जाके पी लो, ਉਹ ਕਹਿਣਗੇ ਪੀ ਲਓ, वो इच्छा डालेंगे, ਉਹ ਇੱਛਾ ਪਾਊਗਾ, शरीर भी वही है। ਦੇਹ ਵੀ ਉਹੀ ਹੈ। अब उद्धार पाए मतलब आपका शरीर में कोई चेंजेस नहीं ਤੁਸੀਂ है, ਮੁਕਤੀ ਪਾ ਲਈ ਮਤਲਬ ਤੁਹਾਡੀ ਦੇਹ ਕੋਈ ਨਹੀਂ ਬਦਲੀ, आपकी इच्छाओं में भी चेंजेस नहीं ਤੁਹਾਡੀਆਂ है, ਕੋਈ ਇੱਛਾਵਾਂ 'ਚ ਵੀ ਕੋਈ आपकी ਬਦਲਾਵ भावनाओं ਨਹੀਂ में ਹੈ, चेंजेस नहीं ਤੁਹਾਡੀਆਂ है। ਭਾਵਨਾਵਾਂ ਤਬਦੀਲ ਨਹੀਂ ਹੋਈਆਂ। इस समय आपने सोचना ये मेरी युद्ध भूमि है, ਇਹ ਸੋਚੋ ਕਿ ਹੁਣ ਇਹ ਤੁਹਾਡੀ ਲੜਾਈ ਦਾ ਖੇਤਰ ये ਹੈ, मेरी युद्ध भूमि है। ਇਹ ਮੇਰੇ ਲੜਾਈ ਦਾ ਖੇਤਰ 21 ਹੈ। दिन के बाद युद्ध चलेंगे, 21 ਦਿਨਾਂ
ਬਾਅਦ ਯੁੱਧ ਸ਼ੁਰੂ ਹੋਊਗਾ 21 दिन के अंदर भी चलेंगे, 21 ਦਿਨਾਂ ਵਿੱਚ ਵੀ ਚੱਲੂਗਾ बाद भी अब संसार में ਬਾਅਦ ਚ है, ਵੀ ਸ਼ੈਤਾਨ बाद में ही शरीर में है, बाद च भी तो ये बाद दुनिया में भी चो। इस प्राण के साथ मेरी जिंदगी जा ਬਾਅਦ ਚ ਵੀ रही है। ਇਸੇ ਜਾਨ ਦੇ ਨਾਲ ਹੀ ਜ਼ਿੰਦਗੀ ਜੀਣੀ ਹੈ इधर सचमुच युद्ध चल ਇੱਥੇ रहे हैं। ਸੱਚਮੁੱਚ ਯੁੱਧ ਚੱਲਦਾ ਹੈ आपके मुंह का बोलियों को आप लगम लगाने ਤੁਸੀਂ पड़ेगा, ਮੂੰਹ ਦੀ ਬੋਲੀ ਦੇ ਉੱਤੇ ਤੁਸੀਂ ਲਗਾਮ ਲਗਾਉਣੀ आपके ਹੋਊਗੀ विचारों को लगम लगाने ਤੁਹਾਡੇ ਖਿਆਲਾਂ ਉੱਤੇ पड़ेगा, ਲਗਾਮ ਲਾਉਣੀ आपकी ਹੋਊਗੀ इच्छाओं को लगम लगाने ਤੁਹਾਡੀਆਂ पड़ेगा। ਇੱਛਾਵਾਂ ਦੇ ਉੱਤੇ ਲਗਾਮ ਲਾਉਣੀ वचन ਹੋਊਗੀ जो बोलते हैं, ਵਚਨ ਜੋ ਕਹਿੰਦਾ ਏ आपके विचार आपसे क्या बोलते हैं, ਤੁਹਾਡੇ ਖਿਆਲ ਤੁਹਾਨੂੰ ਕੀ ਕਹਿੰਦੇ ਨੇ तुरंत उसको बोलना है। ਉਸੇ ਵੇਲੇ ਉਹਨੂੰ ਆਖਣਾ ਹੈ ये विचार वचन के अनुसार नहीं है, ਇਹ ਖਿਆਲ ਬਾਣੀ ਮੁਤਾਬਿਕ ਨਹੀਂ ਹੈ ये इच्छा वचन के अनुसार नहीं है, ਇਹ ਖਿਆਲ ਬਾਣੀ ਮੁਤਾਬਿਕ नहीं है ये सब मेरी अंदर से, मैं एक इमोशनल जीवी होने के कारण मेरी अंदर से निकल रहे ਇਹ हैं। ਸਾਰੀਆਂ ਗੱਲਾਂ ਮੇਰੇ ਅੰਦਰੋਂ ਇੱਕ ਭਾਵਨਾਤਮਕ ਜੀਵਨ ਹੋਣ ਦੇ ਕਰਕੇ ਮੇਰੇ ਅੰਦਰੋਂ ਨਿਕਲਦੀਆਂ ਨੇ तुरंत शैतान को ढांढना, ਉਸ ਵੇਲੇ ਸ਼ੈਤਾਨ ਨੂੰ दूर हो ਝੜਕਣਾ जाए, ਦੂਰ ਹੋ ਜਾ मेरी मन पर तुझे खेलने नहीं देंगे। ਮੇਰੇ ਮਨ ਨਾਲ ਤੈਨੂੰ ਮੈਂ ਖੇਡਣ ਨਹੀਂ ਦੇਣਾ पवित्र आत्मा से कहना, ਪਾਖਰੂ ਨੂੰ ਆਖਣਾ ये तेरी घर है, ਇਹ ਤੇਰਾ ਘਰ ਹੈ ये शरीर तेरी घर है, ਇਹ ਸਰੀਰ ਤੇਰਾ ਘਰ ਹੈ इसमें तू तेरे को पूरा फ्रीडम है, ਇਹਦੇ ਵਿੱਚ ਤੈਨੂੰ ਪੂਰੀ ਆਜ਼ਾਦੀ ਹੈ आपको पूरा फ्रीडम है। ਉਹਨੂੰ ਪੂਰੀ ਆਜ਼ਾਦੀ ਹੈ फिर तभी हाथों में मोबाइल आएंगे, ਫਿਰ ਹੱਥਾਂ 'ਚ ਫੋਨ ਆਊਗਾ तुरंत ये बोलना है, ਉਸ ਵੇਲੇ ये ਕਹਿਣਾ, वचन पढ़ने का समय है, ਇਹ ਬਾਣੀ ਪੜਨ ਦਾ ਵੇਲਾ ਹੈ इस मोबाइल का समय नहीं है। ਇਹ ਮੋਬਾਈਲ ਦਾ ਵੇਲਾ ਨਹੀਂ ਹੈ आप अपने आप को संभालो, ਤੁਸੀਂ ਆਪਦੇ ਆਪ ਨੂੰ ਸੰਭੋ नहीं तो ਨਹੀਂ ਤਾਂ हम ऐसे विश्वासी रहेंगे, ਅਸੀਂ ਏਦਾਂ ਵਿਸ਼ਵਾਸ ऐसे ਰੱਖਾਂਗੇ सेवक रहेंगे, ऐसा ही सेवक कुछ रवांगे, भी आगे कर नहीं पाएंगे। ਕੁਝ ਵੀ ਅੱਗੇ ਨਹੀਂ ਕਰ ਪਾਵਾਂਗੇ आप प्रभु के, आपकी बुलाहट में बहुत आशीष है, ਤੁਹਾਡੀ ਬੁਲਾਹਟ ਦੇ ਵਿੱਚ ਬੜੀਆਂ ਬਰਕਤਾਂ ਨੇ बहुत आशीष है, ਬਹੁਤ ਬਰਕਤਾਂ ਨੇ बहुत इच्छाओं को उम्मीद रखे। परमेश्वर ने जन्म से बुला के अलग किया, वो पवित्र लोग इधर बैठा है। ਤੇ ਪਰਮੇਸ਼ਰ ਦੀਆਂ ਬੜੇ ਵਿਉਂਤਾਂ ਦੇ ਪਰਮੇਸ਼ਰ ਦੀਆਂ ਬੜੀਆਂ ਇੱਛਾਵਾਂ ਤੁਹਾਡੇ ਉੱਤੇ ਨੇ ਤੇ ਉਹਨੇ ਤੁਹਾਨੂੰ ਬਚਪਨ ਤੋਂ ਤੁਹਾਡੇ ਜਨਮ ਤੋਂ ਤੁਹਾਨੂੰ ਬੁਲਾ ਕੇ ਤਾਂ ਹੀ ਤੁਹਾਨੂੰ ਸੱਦਿਆ ਏ इस बातों को ध्यान रखना। ਇਹ ਗੱਲਾਂ ਨੂੰ ਸਮਝੋ आपकी बुलाहट के अंदर आज का दिन भी है, आप आज- विश्वास करते हो ये ਤੁਹਾਡੀ बात? ਬੁਲਾਹਟ ਦੇ ਅੰਦਰ ਹੀ ਅੱਜ ਦਾ ਦਿਨ ਵੀ ਹੈ ਕਿ ਤੁਸੀਂ ਇਸ ਗੱਲ ਤੇ ਭਰੋਸਾ ਰੱਖਦੇ ਹੋ तो आज का दिन आपसे जो मिस हो रहे, बुलाहट में जो रखा था वो सब मिस हो रहे हैं। ਅਤੇ ਜੇ ਅੱਜ ਦੇ ਦਿਨ ਤੁਸੀਂ ਕੁਝ ਮਿਸ ਕਰ ਰਹੇ ਹੋ ਤਾਂ ਬੁਲਾਹਟ ਦੇ ਵਿੱਚ ਰੱਖੀਆਂ ਸਾਰੀਆਂ ਗੱਲਾਂ ਤੁਸੀਂ ਉਸ ਗੱਲਾਂ ਨੂੰ ਛੱਡ ਰਹੇ ਹੋ इसलिए बहुत ध्यान देना, ਇਸ ਲਈ ਬੜਾ ਧਿਆਨ ਦੇਣਾ ਹੈ इसलिए लिखा है समय को बहुमूल्य समझो, ਇਸ ਕਰਕੇ ਲਿਖਿਆ ਵੇਲੇ ਨੂੰ ਤੁਸੀਂ ਅਨਮੋਲ ਸਮਝੋ समय को बहुमूल्य समझो। ਵੇਲੇ ਨੂੰ ਅਨਮੋਲ ਸਮਝਣਾ ਹੈ आपकी बुलाहट के जो समय के जो सर्कल है, उसके अंदर परमेश्वर ने क्या क्या काम आपसे कराने चाहते थे, आप कभी नहीं बोल सकते हैं मैं अगले साल करेंगे, मैं कल करेंगे, मैं परसों करेंगे। ਤੇ ਤੁਹਾਡੀ ਬੁਲਾਹਟ ਦਾ ਜਿਹੜਾ ਉਹ ਚੱਕਰ ਹੈ ਤੇ ਚੱਕਰ ਦੇ ਵਿੱਚ ਚੱਲਣ ਵਾਲੀ ਜਿਹੜੀਆਂ ਗੱਲਾਂ ਨੇ ਅਤੇ ਉਹ ਸਾਰੀਆਂ ਪਰਮੇਸ਼ਰ ਦੀ ਵਿਉਂਤ ਦੇ ਮੁਤਾਬਿਕ ਨੇ ਇਸ ਕਰਕੇ ਤੁਸੀਂ ਕਦੇ ਨਹੀਂ ਕਹਿ ਸਕਦੇ ਨਹੀਂ ਮੈਂ ਕੱਲ ਕਰਾਂਗਾ ਜਾਂ ਮੈਂ ਅਗਲੇ ਸਾਲ ਕਰ ਲਵਾਂਗਾ समय को भी अपने परखना है। ਵੇਲੇ ਨੂੰ ਵੀ ਤੁਸੀਂ ਪਰਖਣ ਵਾਲੇ ये ਬਣੋ सर्व बातों में पवित्र आत्मा की गवाही करना ਸਾਰੀਆਂ है, ਗੱਲਾਂ ਵਿੱਚ ਪਾਕਰੂ ਨੇ ਤੁਹਾਨੂੰ ये ਅਗਵਾਈ ਕਰਨੀ सारे ਹੈ वचन के दिन चलना है, ਇਹ ਸਾਰੀ ਵਚਨ ਦੇ ਮੁਤਾਬਿਕ ਚੱਲਣਾ ਹੈ तब हम आत्मीय युद्ध में जीत जाएंगे। ਫਿਰ ਅਸੀਂ ਉਸ ਲੜਾਈ ਦੇ ਖੇਤਰ 'ਚ ਜਿੱਤ अभी हम ਜਾਵਾਂਗੇ क्या पढ़ रहे थे? ਹੁਣ ਅਸੀਂ ਕੀ ਪੜ ਰਹੇ ਸੀ मेरी आत्मीय युद्ध, ਮੇਰੀ ਆਤਮਿਕ ਲੜਾਈ मेरे लड़ाई, ਮੇਰੀ ਲੜਾਈ मैं जीतना है। ਮੈਂ ਜਿੱਤਣਾ ਹੈ पवित्र आत्मा मेरे साथ चल रहे हैं। ਪਾਕਰੂ ਮੇਰੇ ਨਾਲ ਚੱਲਦਾ ਹੈ युद्ध भी जय भी आप परमेश्वर के हाथों में देना है। ਤੇ ਲੜਾਈ ਨੂੰ ਵੀ ਜਿੱਤ ਨੂੰ ਵੀ ਤੁਸੀਂ ਪ੍ਰਭੂ ਦੇ और ਹੱਥਾਂ 'ਚ यीशु ਦੇਣਾ ਹੈ। मसीह को 3 तरीके से जो परीक्षा आए थे, ਯीशु ਮਸੀਹ ਨੂੰ 3 ਤਰੀਕੇ ਨਾਲ ਪਰਖਿਆ ਗਿਆ 1 2 भूख डाल के, और भूख तो शरीर में होगा, 40 दिन की उपवास है। ਅਤੇ ਇੱਕ ਤਾਂ ਭੁੱਖ ਪਾ ਕੇ ਕਿਉਂਕਿ ਭੁੱਖ ਤਾਂ ਸਰੀਰ ਦੇ ਵਿੱਚ ਹੋਊਗੀ ਕਿਉਂਕਿ ਅਸੀਂ ਦੇਹ ਦੇ ਵਿੱਚ ਰਹਿੰਦੇ 40 ਦਿਨ ਕੁਝ ਨਹੀਂ ਖਾਦਾ ਹੁਣ ਭੁੱਖ ਤਾਂ ਲੱਗੇਗੀ खाना तो खाना भी है, ਰੋਟੀ ਤਾਂ ਖਾਣੀ ਵੀ ਹੈ लेकिन जो शैतान बोलते हैं ना, इस तरह नहीं खाएंगे। ਪਰ ਜਿਹੜੀ ਗੱਲ ਸ਼ੈਤਾਨ ਕਹਿੰਦਾ ਕਿ ਇਸ ਤਰੀਕੇ ਨਾਲ ਖਾ ਉਦਾਂ ਨਹੀਂ ਖਾਣੀ सोच लेना, ਬੜੇ ਸੋਚਣਾ ਹੈ शरीर तुझे जो बोलेंगे, ਜੇ ਤੁਹਾਨੂੰ ਜੋ ਵੀ ਆਖੂ अभी तुम कुछ भी करो, ਹੁਣ ਤੂੰ ਕੁਝ ਵੀ ਕਰ नहीं कर सकते हैं। ਨਹੀਂ ਕਰ ਸਕਦੇ परमेश्वर आपको समय रखा है, ਪਰਮੇਸ਼ਰ ਨੇ ਤਾਂ ਵੇਲਾ ਰੱਖਿਆ उसके पगले भूख डालते हैं, ਉਦੋਂ ਪਹਿਲਾਂ ਭੁੱਖ ਆਉਂਦੀ इच्छा ਹੈ कराते हैं, इच्छावां आंदियां ने। शैतानी के, ਉਹ ਸ਼ੈਤਾਨ ਦੇ ਵੱਲੋਂ ਹੈ शैतान की पहचान लो, ਸ਼ੈਤਾਨ ਨੂੰ ਪਛਾਣੋ उसको युक्तियों को पहचान ले, ਉਹਦੀਆਂ ਵਿਉਂਤਾਂ ਪਛਾਣ ਲਓ उसके सामने अब हार नहीं मानना ਉਹਦੇ है। ਸਾਹਮਣੇ ਹਾਰ ਨਹੀਂ ਮੰਨਣੀ परमेश्वर के नाम की स्तुति को। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ इधर ही परमेश्वर उसको ये वचन देने का अर्थ ये नहीं है यीशु बाद में खाना नहीं खाएंगे, ये अर्थ है आप भी शैतान की इच्छा में पूरा नहीं करेंगे। ਅਤੇ ਇਸ ਥਾਂ ਦੇ ਵਿੱਚ ਯੀਸ਼ੂ ਦੇ ਕਹਿਣ ਦਾ ਭਾਵ ਇਹ ਨਹੀਂ ਕਿ ਉਸਨੇ ਉਸ ਤੋਂ ਬਾਅਦ ਖਾਣਾ ਹੀ ਨਹੀਂ ਖਾਣਾ, ਵਰਤ ਰੱਖਣ ਤੋਂ ਬਾਅਦ ਵੀ ਖਾਣਾ ਨਹੀਂ ਯੀਸ਼ੂ ਖਾਊਗਾ। ਉਹਦਾ ਮਤਲਬ ਇਹ ਸੀ ਕਿ ਹੁਣ ਮੈਂ ਸ਼ੈਤਾਨ ਦੀ ਮਰਜ਼ੀ ਨਹੀਂ ਪੂਰੀ ਕਰਨੀ।
उपवास में बहुत सारे खाना भी हमारे सामने आएंगे, ਵਰਤ ਦੇ ਵਿੱਚ ਬਹੁਤ ਵਧੀਆ ਵਧੀਆ ਭੋਜਨ ਸਾਡੇ ਸਾਹਮਣੇ ਆਊਗਾ, बहुत सारी बात भी आएंगे। ਬਹੁਤ ਸਾਰੀਆਂ ਗੱਲਾਂ ਵੀ सिर्फ ਸਾਡੇ ਸਾਹਮਣੇ ਆਉਣਗੀਆਂ। खाना नहीं, सिर्फ शरीर में जो कुछ भूख है वो सबको हमने शैतान के अगुवाई के अनुसार उसको अवसर नहीं देना ਅਤੇ है। ਇੱਕ ਸਿਰਫ ਜੋ ਖਾਣੇ ਦੀ ਗੱਲ ਹੀ ਨਹੀਂ ਆ, ਪਰ ਸਰੀਰ ਦੀ ਜਿਹੜੀ ਵੀ ਲਾਲਸਾ, ਜਿਹੜੀ ਵੀ ਭੁੱਖ ਹੈਗੀ, ਉਹ ਸਾਰੀਆਂ ਸਾਡੇ ਸਾਹਮਣੇ ਆਉਣਗੀਆਂ, ਪਰ ਕਦੇ ਸ਼ੈਤਾਨ ਨੂੰ ਮੌਕਾ ਨਹੀਂ ਬਖਸ਼ਣਾ ਹੈ। परमेश्वर के नाम की स्तुति प्रभु हो। के नाम दी बड़ाई हो। और हम पढ़ेंगे यीशु मसीह के आए हुआ। आप लोग थक गया सारे? ਕੀ ਤੁਸੀਂ ਥੱਕ गए हो आगे जाना है, रुकना है, कि ਅੱਗੇ ਜਾਣਾ ਰੁਕਣਾ ਹੈ? हैं? शाम को करेंगे, वो सही है। परमेश्वर के नाम की स्तुति को। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। शैतान को किसी रूप से आपके जीवन में अवसर ना दे। ਸ਼ੈਤਾਨ ਨੂੰ ਕਦੇ ਕਿਸੇ ਰੀਤੀ ਨਾਲ ਤੁਹਾਡੀ ਜ਼ਿੰਦਗੀ 'ਚ ਮੌਕਾ ਨਾ ਦਿਓ। वचन के सामने अपने आप को अधीन दे दे। ਵਚਨ ਦੇ ਸਾਹਮਣੇ ਆਪਣੇ ਆਪ ਨੂੰ ਨੀਵੇਂ ਕਰ ਲਵੋ। सभी लोग आंख बंद ਸਭ करेंगे। ਆਪਣੀ ਅੱਖਾਂ ਨੂੰ ਬੰਦ ਕਰਾਂਗੇ। प्रभु मेरी मन पर, मेरी भावनाओं में, मेरी इच्छाओं में मैं शैतान को कभी जीतने नहीं देंगे। ਅਤੇ ਪਰਮੇਸ਼ਵਰ, ਮੈਂ ਆਪਦੇ ਮਨ ਦੇ ਵਿੱਚ, ਆਪਦੀਆਂ ਇੱਛਾਵਾਂ ਦੇ ਵਿੱਚ, ਆਪਦੀ ਭਾਵਨਾਵਾਂ 'ਚ ਕਦੇ ਵੀ ਸ਼ੈਤਾਨ ਨੂੰ ਜਿੱਤਣ ਨਹੀਂ ਦੇਵਾਂਗਾ। शैतान हमेशा के लिए हार चुका है। ਸ਼ੈਤਾਨ ਸਦਾ ਵਾਸਤੇ ਹਾਰ ਚੁੱਕਿਆ ਹੈ। मैं एक नई सृष्टि हूँ। ਮੈਂ ਇੱਕ ਨਵੀਂ ਰਚਨਾ ਹਾਂ मैं परमेश्वर का पक्का घर बन ਤੇ ਮੈਂ चुका है। ਪਰਮੇਸ਼ਵਰ ਦੇ ਪੱਕਾ ਰਹਿਣ ਵਸੇਰਾ ਬਣਿਆ ਹਾਂ। लेकिन मैं एक इंसान होने के नाते ਪਰ ਮੈਂ ਇੱਕ ਮਨੁੱਖ ਹੋਣ ਦੇ ਕਰਕੇ मेरी इच्छाओं पर, मेरी विचारों पर, मेरी भावनाओं पर शैतान को मैं कभी भी अवसर नहीं देंगे। ਤੇ ਪ੍ਰਭੂ ਜੀ, ਮੈਂ ਆਪਦੀਆਂ ਇੱਛਾਵਾਂ ਦੇ ਉੱਤੇ, ਮੇਰੀਆਂ ਵਿਚਾਰਾਂ ਦੇ ਉੱਤੇ ਜਾਂ ਫਿਰ ਮੇਰੀ ਭਾਵਨਾਵਾਂ ਦੇ ਉੱਤੇ ਕਦੇ ਸ਼ੈਤਾਨ ਨੂੰ ਮੌਕਾ ਨਹੀਂ ये ਬਖਸ਼ਾਂਗਾ। युद्ध की लड़ाई में ਇੱਕ ਜੰਗ ਦੇ ਮੈਦਾਨ 'ਚ ਹੈ, प्रभु के वचन के साथ ਪ੍ਰਭੂ ਦੇ ਵਚਨ ਦੇ मैं ਮੁਤਾबिक आगे ਹੈ। बढ़ेंगे। ਮੈਂ ਅੱਗੇ ਵਧਾਂਗਾ। आप कितनी कमजोर हो, ਤੁਸੀਂ ਕਿੰਨੇ ਕਮਜ਼ੋਰ आप ਹੋ, कितनी निराशा ਕਿੰਨੇ हो, ਵੀ ਨਿਰਾਸ਼ ਕਿਉਂ, आप कितनी समस्या में ਕਿੰਨੇ ਵੀ हो, ਮੁਸ਼ਕਲ 'ਚ ਕਿਉਂ ਨਾ, यीशु हर परेशानी को जीत लिया। ਯੀਸ਼ੂ ਨੇ ਹਰ ਮੁਸ਼ਕਲਾਂ ਨੂੰ ਜਿੱਤਿਆ। यीशु वचन से जीता। ਯੀਸ਼ੂ ਵਚਨ ਦੇ ਦੁਆਰਾ आप ਜਿੱਤ भी ਗਿਆ। जीतना है। ਤੁਸੀਂ ਵੀ ਜਿੱਤਣਾ ਹੈ। बाकी आपको अभी तंग करने वाले हर बात भी शैतानी के है। ਬਾਕੀ ਜਿਹੜੀਆਂ ਤੁਹਾਨੂੰ ਤੰਗ ਕਰਨ ਵਾਲੀਆਂ ਸਾਰੀਆਂ ਗੱਲਾਂ ਹੀ ਸ਼ੈਤਾਨ ਦੇ ਵੱਲੋਂ आप ਨੇ। ये कभी ना सोचो आपके पास पैसा नहीं ਤੁਸੀਂ है। ਕਦੇ ਨਾ ਸੋਚੋ ਕਿ ਤੁਹਾਡੇ ਪੱਲੇ ਪੈਸੇ ਨਹੀਂ ਹੈ। मन्ना आपके लिए ਤੁਹਾਡੀ आएंगे, ਖਾਤਰ ਮੰਨਾ ਆਏਗਾ, आपके लिए उपाय हो ਤੁਹਾਡੀ जाएंगे, ਖਾਤਰ ਬੰਦੋਬਸਤ ਹੋ सही ਜਾਏਗਾ, टाइम पर कौआ आएंगे, सही वेले ते कहाँ आएंगे, आपके लिए जंगल में रास्ता खुल ਤੁਹਾਡੇ ਖਾਤਰ जाएंगे। ਜੰਗਲ 'ਚ ਰਾਹ ਖੁੱਲੇਗਾ। हजीरा का परमेश्वर आपके परमेश्वर ਹਾਜ਼ਿਰਾ है। ਦਾ ਪਰਮੇਸ਼ਰ ਤੁਹਾਡਾ ਰੱਬ ਹੈ। एलिया की परमेश्वर आपके ਏਲੀਆ परमेश्वर ਦਾ है। ਪਰਮੇਸ਼ਰ ਤੁਹਾਡਾ ਪਰਮੇਸ਼ਰ ਹੈ। इसराइल की परमेश्वर आपकी इस्राएल दा परमेश्वर खुदावंद ਤੁਹਾਡਾ है। परमेश्वर आपके है। परमेश्वर वफादार है। ਇਜ਼ਰਾਈਲ ਤੁਹਾਡਾ ਪਰਮੇਸ਼ਰ ਇਮਾਨਦਾਰ ਹੈ। विश्वास करे, विश्वास रखो। उसकी महिमा को देखो, ਉਹਦੀ ਮਹਿਮਾ ਨੂੰ ਦੇਖੋ। विश्वास करे, विश्वास करो। प्रभु के पास आइए। ਪ੍ਰਭੂ ਦੇ ਕੋਲ ਆਓ। वचन आपसे क्या कहते ਵਚਨ हैं? ਤੁਹਾਨੂੰ ਕੀ ਕਹਿੰਦਾ ਹੈ? वचन क्या मार्गदर्शन देते ਵਚਨ ਕੀ हैं? ਤੁਹਾਨੂੰ ਰਾਹ ਦਿਖਾਉਂਦਾ ਹੈ? वचन कैसे लगम लगाते वचन हैं? कितना लगाम लगाता वचन है? कैसे आपको डांटते वचन हैं? कितना ਤੁਹਾਨੂੰ ਝਿੜਕਦਾ वचन है? कैसे आपको सिखाते ਵਚਨ हैं? ਕਿੱਦਾਂ ਤੁਹਾਨੂੰ ਸਿਖਾਉਂਦਾ ਹੈ? वचन के अनुसार चलो। वचन ਦੇ ਮੁਤਾबिक शैतान चलो। का कोई इच्छा पूरा नहीं होंगे, शैतान ਦੀ ਕੋਈ ਮਰਜ਼ੀ ਪੂਰੀ ਨਹੀਂ कोई ਹੋਊਗੀ। इच्छा पूरा नहीं होंगे। शैतान ਦੀ ਕੋਈ ਮਰਜ਼ੀ ਪੂਰੀ ਨਹੀਂ ਹੋਊਗੀ। हम सब खड़े हो जाएंगे। ਅਸੀਂ ਸਭ ਖੜੇ ਹੋ ਜਾਈਏ। प्रभु को बस